ਪਿਆਰੇ ਦਰਸ਼ਕੋ, ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਉਹ ਪੂਰੀ ਤਰ੍ਹਾਂ ਭਖ ਚੁੱਕਾ। ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਲਈ ਸਿਰਫ ਕੁਝ ਮਹੀਨੇ ਬਾਕੀ ਰਹਿ ਗਏ ਆ। ਇਸ ਕਰਕੇ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਬਹੁਤ ਤੇਜ਼ ਹੋ ਗਈਆਂ। ਖਾਸ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਵੱਡੇ ਜਿਹੜੇ ਬਦਲਾਅ ਹੋ ਰਹੇ ਆ, ਬਹੁਤ ਵੱਡੀਆਂ ਘਟਨਾਵਾਂ ਪੰਜਾਬ ਕਾਂਗਰਸ ਵਿੱਚ ਵਾਪਰ ਰਹੀਆਂ। ਇਹਨਾਂ ਸਾਰੇ ਮੁੱਦਿਆਂ 'ਤੇ ਅਸੀਂ ਚਰਚਾ ਕਰਾਂਗੇ ਅੱਜ ਸਰਦਾਰ ਪ੍ਰਗਟ ਸਿੰਘ ਹੋਰਾਂ ਨਾਲ, ਜਿਹੜੇ ਕਿ ਹੁਣੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੀ ਬਣੇ ਆ। ਅਤੇ ਪਿਛਲੇ ਦਿਨਾਂ ਵਿੱਚ ਜਿਹੜੀਆਂ ਬਹੁਤ ਵੱਡੀਆਂ ਤਬਦੀਲੀਆਂ ਕਾਂਗਰਸ ਦੇ ਵਿੱਚ ਹੋਈਆਂ, ਚਾਹੇ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਦੀ ਗੱਲ ਸੀ, ਚਾਹੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣਨ ਦੀ ਗੱਲ ਸੀ, ਇਹਨਾਂ ਸਾਰੀਆਂ ਘਟਨਾਵਾਂ ਦੇ ਵੀ ਉਹ ਅੰਗ ਸੰਗ ਰਹੇ ਆ। ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਸਾਹਮਣੇ 2022 ਦੀਆਂ ਚੋਣਾਂ ਲਈ ਕੀ ਚੁਣੌਤੀਆਂ, ਇਹਨਾਂ ਚੋਣਾਂ ਲਈ ਉਹਨਾਂ ਨੇ ਕੀ ਰਣਨੀਤੀ ਬਣਾਈ ਹੈ। ਇਸ ਤੋਂ ਇਲਾਵਾ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਆ ਉਹਨਾਂ ਦੇ ਸਾਹਮਣੇ ਕੀ ਚੁਣੌਤੀਆਂ, ਅਤੇ ਜਿਹੜਾ 3-4 ਮਹੀਨਿਆਂ ਦਾ ਸਮਾਂ ਆ ਉਹਦੇ ਕੋਲ, ਉਹਦੇ ਵਿੱਚ ਉਹਨਾਂ ਦੀਆਂ ਕੀ ਤਰਜੀਹਾਂ ਹੋਣੀਆਂ ਚਾਹੀਦੀਆਂ। ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਲੈ ਕੇ ਕਿੰਨਾ ਕੁਝ ਇਸ ਸਮੇਂ 'ਚ ਕੀਤਾ ਜਾ ਸਕਦਾ, ਇਹਨਾਂ ਸਾਰੇ ਮੁੱਦਿਆਂ 'ਤੇ ਅਸੀਂ ਚਰਚਾ ਕਰਾਂਗੇ। ਪ੍ਰਗਟ ਸਿੰਘ ਜੀ, ਅਜੀਤ ਵੈਬ TV ਦੇ ਸਟੂਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਭਾਜੀ, ਥੈਂਕ ਯੂ। ਪ੍ਰਗਟ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਖਬਰਾਂ ਵਿੱਚ ਹੈ, ਕੁਝ ਚੰਗੀਆਂ ਗੱਲਾਂ ਕਰਕੇ ਵੀ, ਕੁਝ ਮੰਦੀਆਂ ਗੱਲਾਂ ਕਰਕੇ ਵੀ। ਖਾਸ ਕਰਕੇ ਪਹਿਲਾਂ ਨਵਾਂ ਕਾਂਗਰਸ ਪ੍ਰਧਾਨ ਬਣਾਉਣ ਦੇ ਮਾਮਲੇ 'ਚ ਕਾਂਗਰਸ ਦੇ ਅੰਦਰ ਬਹੁਤ ਜਿਹੜੀ ਹਲਚਲ ਮਚੀ ਰਹੀ, ਅਤੇ ਫਿਰ ਕਿਤੇ ਅਖੀਰ 'ਚ ਜਾ ਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ। ਉਹ ਤੋਂ ਬਾਅਦ ਫਿਰ ਜਿਹੜੀ ਇਹ ਲੜਾਈ ਥੰਮੀ ਨਹੀਂ ਅਤੇ ਮੁੱਖ ਮੰਤਰੀ ਬਦਲਣ ਦੀ ਲੜਾਈ ਇਹ ਬਣ ਗਈ, ਅਤੇ ਉਹਦੇ 'ਚ ਵੀ ਜਿਹੜੀ ਆ ਉਹ ਤੁਹਾਡੇ ਗਰੁੱਪ ਨੂੰ ਜਾਂ ਤੁਹਾਡੇ ਸਾਥੀਆਂ ਨੂੰ ਸਫਲਤਾ ਮਿਲੀ ਹੈ। ਇਹ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਤੁਸੀਂ ਨਵਾਂ ਬਣਾਉਣ 'ਚ ਸਫਲ ਹੋਏ ਆ ਅਤੇ ਨਵਾਂ ਮੁੱਖ ਮੰਤਰੀ ਵੀ ਚੁਣਿਆ ਗਿਆ। ਹੁਣ ਕੀ ਅਸੀਂ ਆਸ ਕਰ ਸਕਦੇ ਹਾਂ, ਪੰਜਾਬ ਦੇ ਲੋਕ ਆਸ ਕਰ ਸਕਦੇ ਆ ਕਿ ਨਵੀਂ ਜਿਹੜੀ ਟੀਮ ਬਣੀ ਹੈ ਇਹ ਤੋਂ ਬਾਅਦ ਕਾਂਗਰਸ ਦਾ ਜਿਹੜਾ ਇਸ ਤਰ੍ਹਾਂ ਦਾ ਅੰਦਰੂਨੀ ਜਿਹੜਾ ਸੰਕਟ ਸੀਗਾ ਉਹ ਹੁਣ ਦੂਰ ਹੋ ਜਾਏਗਾ? ਸਰਦਾਰ ਸਤਨਾਮ ਸਿੰਘ ਜੀ, ਜਿਹੜੀ ਬੇਸਿਕ ਇਸ਼ੂ ਆ ਉਹ ਹੈਗੇ ਆ ਸਾਡੇ ਇਸ਼ੂਜ਼। ਹਾਂਜੀ। ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ, ਜਾਂ ਜਿਹੜੇ ਬੰਦਿਆਂ ਨਾਲ, ਤੁਹਾਡੇ ਵਰਗੇ ਸਿਆਣੇ ਬੰਦਿਆਂ ਨਾਲ ਜਦੋਂ ਗੱਲ ਕਰੀਦੀ ਆ, ਅਤੇ ਅਸੀਂ ਚਿਹਰਿਆਂ ਦੀ ਰਾਜਨੀਤੀ ਕਰਦੇ ਹਾਂ। ਵੈਸੇ ਪੰਜਾਬ 'ਚ ਜਾਂ ਹਿੰਦੁਸਤਾਨ ਦੇ ਵਿੱਚ ਅਸੀਂ ਇਸ਼ੂਜ਼ ਦੀ ਰਾਜਨੀਤੀ ਨਹੀਂ ਕਰਦੇ। ਇੱਕ ਤਾਂ ਬੇਸਿਕਲੀ ਡੈਮੋਕ੍ਰੇਸੀ ਦੇ ਵਿੱਚ ਮੇਰਾ ਪਰਸਨਲ ਵੀ ਔਰ ਅਦਰਵਾਈਜ਼ ਵੀ ਇਹ ਇਸ਼ੂ ਰਹਿੰਦਾ ਹੈਗਾ ਵੀ ਆਪਾਂ ਜੇ ਚਿਹਰਿਆਂ ਦੀ ਰਾਜਨੀਤੀ ਕਰਦੇ ਰਹਾਂਗੇ ਤਾਂ ਅਸੀਂ ਉਹਦੇ ਵਿੱਚੋਂ ਕੁਛ ਬਹੁਤੀ ਸਫਲਤਾ ਨਹੀਂ ਲਿਆ ਸਕਾਂਗੇ। ਔਰ ਉਹਦੇ ਕਰਕੇ ਹੀ ਇਹ ਜਿਹੜਾ ਕਿਤੇ ਨਾ ਕਿਤੇ ਸ਼ੁਰੂਆਤ ਵੀ ਹੋਈ ਆ, ਉਹਦੇ 'ਤੇ ਹੋਰ ਬੰਦਿਆਂ ਦੇ ਵੀ ਜਿਹੜੇ ਹੈਗੇ ਆ ਉਹ ਅਸਰ ਹੋਇਆ ਹੈਗਾ। ਕਿਉਂਕਿ ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਸਟਰੋਂਗ ਨਹੀਂ ਹੁੰਦੀ, ਕਿਉਂਕਿ ਅਸੀਂ ਜੇ ਡਿਸਕਸ਼ਨ ਨਹੀਂ ਕਰਾਂਗੇ, ਕਿਉਂਕਿ ਹੁੰਦਾ ਕੀ ਆ, ਜਿੰਨੀ ਕੁ ਗੱਲ ਮੈਨੂੰ ਸਮਝ ਆ ਗਈ ਆ ਜਿਹੜੇ 9-10 ਸਾਲਾਂ ਦੇ ਵਿੱਚ, ਵੀ ਇੰਟਰਨਲ ਡੈਮੋਕ੍ਰੇਸੀ ਅਕਰੋਸ ਦਾ ਪਾਰਟੀ ਲਾਈਨ ਜਿਹੜੀ ਆ ਉਹ ਪੋਲੀਟੀਕਲ ਬੰਦਿਆਂ ਨੇ ਖ਼ਤਮ ਕਰਤੀ। ਵੀ ਤੁਸੀਂ ਸਿਰਫ ਹੱਥ ਖੜੇ ਕਰਨੇ ਆ, ਤੁਸੀਂ ਨੰਬਰ ਪੂਰੇ ਕਰਨੇ ਆ, ਤੇ ਤੁਹਾਡਾ ਹੋਰ ਬਾਕੀ ਕੋਈ ਰੋਲ ਨਹੀਂ, ਬਾਕੀ ਫਿਰ ਅਸੀਂ ਚਲਾਵਾਂਗੇ। ਅੱਛਾ, ਇਹ ਬਹੁਤ ਵੱਡਾ ਮੁੱਦਾ ਹੈ, ਇਹ ਬਹੁਤ ਵੱਡਾ ਮੁੱਦਾ ਹੈ ਭਾਰਤੀ ਰਾਜਨੀਤੀ ਦੇ ਵਿੱਚ। ਤੇ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਵੀ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੈ, ਲੇਕਿਨ ਜੇ ਅਸੀਂ ਇਕੱਠੇ ਹੋ ਕੇ, ਕਿਉਂਕਿ ਅਲਟੀਮੇਟਲੀ 2 ਲੱਖ ਬੰਦਿਆਂ ਦਾ ਚੁਣਿਆ ਹੋਇਆ ਨੁਮਾਇੰਦਾ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਤਾਂ ਜਾ ਕੇ ਦੱਸੇ ਨਾ। ਅੱਛਾ, ਅਸੀਂ ਬੇਸਿਕਲੀ ਜਿਹੜੇ ਸੈਸ਼ਨ ਹੁੰਦੇ ਆ ਉਹ ਵੀ ਬੜੇ ਛੋਟੇ ਕਰ ਲਏ। ਅੱਛਾ, ਅਸੀਂ ਉੱਦਾਂ ਵੀ ਡਿਸਕਸ਼ਨ ਨਹੀਂ ਕਰਨੀ। ਅੱਛਾ, ਫਿਰ ਆਪਾਂ ਇਹਨੂੰ ਕਿਹੜੀ ਡੈਮੋਕ੍ਰੇਸੀ ਦਾ ਨਾਂ ਦੇ ਸਕਦੇ ਆ, ਵੀ ਇਹ ਡੈਮੋਕ੍ਰੇਸੀ ਹੈ ਕਿਹੜੀ ਆ? ਤੇ ਮੈਂ ਹਮੇਸ਼ਾ ਹੀ ਜਦੋਂ ਵੀ ਸਾਡੇ ਸਪੀਕਰ ਸਾਹਿਬ ਬਣਦੇ ਆ, ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਜੇ ਇੱਥੇ ਡਿਸਕਸ਼ਨ ਨਹੀਂ ਕਰਨੀ, ਲੈਟ ਐਵਰੀਬਾਡੀ ਸਪੀਕ ਆਊਟ ਦੇਅਰ ਮਾਈਂਡ। ਉਹਨਾਂ ਦੇ ਮਨ ਦੇ ਵਿੱਚ ਕੀ ਆ, ਉਹਨਾਂ ਦੇ ਦਿਲ ਦੇ ਵਿੱਚ ਕੀ ਆ, ਉਹ ਥੱਲਿਓਂ ਫੀਲ ਕੀ ਲੈ ਕੇ ਆਏ ਆ। ਅੱਛਾ, ਫਿਰ ਆਪਾਂ ਉਹਨੂੰ ਕੰਸੋਲੀਡੇਟ ਕਰਕੇ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਲੱਭ ਕੇ, ਕਿਉਂਕਿ ਇਨਸਾਨੀ ਫਿਤਰਤ ਤਾਂ ਇਹੀ ਆ ਵੀ ਉਹਨੂੰ ਗਾਂਹ ਤੋਰੀਏ, ਬਟ ਅਨਫੋਰਚੂਨੇਟਲੀ ਇਹ ਨਹੀਂ ਹੁੰਦਾ। ਉਹਦੇ ਲਈ ਮੈਂ ਹਮੇਸ਼ਾ ਲੜਾਈ ਤਾਂ ਲੜਦਾ ਹੈਗਾ, ਅਤੇ ਬਾਕੀ ਵੀ ਕੁਛ ਬੰਦੇ ਹੈਗੇ ਆ ਜਿਹੜੇ ਲੜਾਈ ਇਸ ਤਰ੍ਹਾਂ ਦੀ ਲੜਦੇ ਹੈਗੇ ਆ। ਸੋ ਹੌਲੀ ਹੌਲੀ ਹੋਇਆ ਕਿ ਵੀ ਕਿਉਂਕਿ ਐਕਚੁਅਲੀ ਜਦੋਂ ਵੀ ਸਰਕਾਰਾਂ ਬਣਦੀਆਂ ਉਦੋਂ ਫਿਰ 1-2 ਸਾਲ ਤਾਂ ਦਿੱਤੇ ਜਾਂਦੇ ਆ ਵੀ ਇਹ ਅੱਜ ਪਰਫਾਰਮ ਕਰਨਗੇ, ਇਹ ਕੱਲ੍ਹ ਕਰਨਗੇ, ਕਿਉਂਕਿ ਕੁਛ ਇਸ਼ੂ ਇਹੋ ਜਿਹੇ ਸੀਗੇ ਜਿਨ੍ਹਾਂ 'ਤੇ ਪਿਛਲੀ ਵਾਰੀ ਅਸੀਂ ਇਲੈਕਸ਼ਨ ਤੋਂ ਪਹਿਲਾਂ ਬੜਾ ਜਿਹੜਾ ਉਹ ਸ਼ੋਰ ਮਚਾਇਆ ਵੀ ਆਹ ਹੋਣਾ ਚਾਹੀਦਾ, ਨਹੀਂ ਕੀਤਾ। ਅੱਛਾ, ਫਿਰ ਜੇ ਅਸੀਂ ਵੀ ਨਹੀਂ ਕੀਤਾ, ਫਿਰ ਜਾਂ ਤਾਂ ਅਸੀਂ ਗਲਤ ਸੀ
ਹਾਂਜੀ ਵੀ ਅਸੀਂ ਉੱਦਾਂ ਹੀ ਸ਼ੋਰ ਮਚਾਇਆ ਆ, ਹਾਂਜੀ ਅਸੀਂ ਫਿਰ ਉਹਨਾਂ ਨੂੰ ਕਹੀਏ ਵੀ ਹਾਂ ਵੀ ਅਕਾਲੀ ਦਲ ਨੇ ਨਹੀਂ ਕੀਤਾ। ਪਰ ਜੇ ਫਿਰ ਇਹ ਕਰਨ ਵਾਲਾ ਹੈਗਾ ਫਿਰ ਅਸੀਂ ਕਰ ਕਿਉਂ ਨਹੀਂ ਰਹੇ? ਸੋ ਹੌਲੀ ਹੌਲੀ 2-2.5 ਸਾਲ ਤੱਕ ਖੈਰ ਮੈਂ ਤਾਂ ਪਹਿਲਾਂ ਦੇਖੋ ਸਤਨਾਮ ਜੀ, ਮੇਰੀ ਆਦਤ ਇਹ ਆ ਵੀ ਪਹਿਲਾਂ ਅੰਦਰ ਬਹਿ ਕੇ ਬੇਸਿਕਲੀ ਜਾਬਤੇ ਦੇ ਵਿੱਚ ਰਹਿ ਕੇ, ਕਿਉਂਕਿ ਜਿਹੜੀ ਅੰਦਰ ਬਹਿ ਕੇ ਗੱਲ ਹੋ ਜਾਵੇ ਉਹ ਬਾਹਰ ਬਹਿ ਕੇ ਨਹੀਂ ਹੁੰਦੀ। ਠੀਕ ਹੈ। ਫਿਰ ਕਿਤੇ ਨਾ ਕਿਤੇ ਜਦੋਂ ਫਿਰ ਨਹੀਂ ਸੁਣਵਾਈ ਹੁੰਦੀ, ਬੰਦੇ ਸੋਚਦੇ ਆ ਵੀ ਯਾਰ ਸ਼ਾਇਦ ਇਹ ਗੱਲ ਲੌਜੀਕਲ ਨਹੀਂ ਕਰਦਾ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਜੇ ਤੁਹਾਡੇ ਵਾਲੀ ਗੱਲ ਠੀਕ ਆ ਆਪਾਂ ਉਹ ਮੰਨ ਲੈਂਦੇ, ਜੇ ਮੇਰੇ ਵਾਲੀ ਠੀਕ ਆ ਉਹ ਮੰਨ ਲਓ। ਮੈਂ ਤਾਂ ਬਹੁਤ ਇਹਨਾਂ ਗੱਲਾਂ ਦੇ ਵਿੱਚ ਫਲੈਕਸੀਬਲ ਆ, ਕਿਉਂਕਿ ਹਰ ਬੰਦੇ ਦਾ ਜ਼ਿੰਦਗੀ ਦਾ ਆਪਣਾ ਤਜਰਬਾ। ਪਰ ਜਦੋਂ ਇਦਾਂ ਦੀ ਗੱਲ ਨਹੀਂ ਹੁੰਦੀ ਫਿਰ ਮੈਂ ਕਿਤੇ ਨਾ ਕਿਤੇ ਉਹਨੂੰ ਡਾਕੂਮੈਂਟਡ ਕਰ ਲੈਂਦਾ, ਫਿਰ ਚਿੱਠੀ ਚੁੱਠੀ ਲਿਖ ਲਈਦੀ ਆ। ਤੇ ਉਹ ਫਿਰ ਜੇ ਨਹੀਂ ਫਿਰ ਵੀ ਹੁੰਦੀ ਫਿਰ ਉਹਨਾਂ ਨੂੰ ਕਹੀਦਾ ਵੀ ਜੀ ਆਹ ਇੱਕ ਚਿੱਠੀ ਲਿਖੀ ਆ, ਇਹਦੇ ਤੇ ਮੜ ਜਾ ਆਪਾਂ ਗੌਰ ਕਰ ਲਈਏ, ਆਪਾਂ ਡਿਸਕਸ ਕਰ ਲਈਏ। ਅੱਛਾ, ਫਿਰ ਜੇ ਉਹਦੇ ਤੋਂ ਬਾਅਦ ਵੀ ਨਹੀਂ ਹੁੰਦੀ ਤਾਂ ਫਿਰ ਮੈਂ ਪਬਲਿਕ ਪਲੇਟਫਾਰਮ ਵੀ ਯੂਜ਼ ਕਰ ਲੈਣਾ ਵੀ ਯਾਰ ਗੱਲ ਤਾਂ ਲੋਕਾਂ ਦੀ ਆ, ਮੇਰੀ ਕੋਈ ਉਹਦੇ 'ਚ ਪਰਸਨਲ ਏਜੰਡਾ ਤਾਂ ਹੈ ਨਹੀਂਗਾ ਵੀ ਜੇ ਠੀਕ ਆ ਤਾਂ ਆਪਾਂ ਉਹ ਕਰ ਲਈਏ, ਜੇ ਨਹੀਂ ਠੀਕ ਤਾਂ ਤੁਸੀਂ ਮੈਨੂੰ ਕਨਵਿੰਸ ਕਰਾ ਦਿਓ। ਸੋ ਹੌਲੀ ਹੌਲੀ ਇਹ ਗੱਲ ਵੱਧਦੀ ਜਿਹੜੀ ਆ, ਇਹ ਮੈਨੂੰ ਕਈ ਵਾਰੀ ਸਤਨਾਮ ਜੀ ਕਈ ਬੰਦੇ ਰਿਬੈਲ ਕਹਿ ਦਿੰਦੇ ਆ, ਕਈ ਬੰਦੇ ਕੁਛ ਕਹਿ ਦਿੰਦੇ ਆ, ਬਟ ਐਕਚੁਅਲ ਗੱਲ ਇਹ ਨਹੀਂ ਹੈਗੀ। ਸਾਨੂੰ ਆਪਣਾ ਮਾਈਂਡ ਸੈੱਟ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ। ਦੁਨੀਆ ਕਿੱਥੇ ਚਲੇ ਗਈ, ਅਸੀਂ ਉਹਨਾਂ 'ਤੇ ਡਿਸਕਸ ਵੀ ਨਹੀਂ ਕਰਨਾ ਚਾਹੁੰਦੇ। ਅਸੀਂ ਡੈਮੋਕ੍ਰੇਸੀ ਕਹਿੰਦੇ ਆ, ਚਲਾਉਣਾ ਚਾਹੁੰਦੇ ਆ, ਬਟ ਉਹ ਡੈਮੋਕ੍ਰੇਸੀ ਦਾ ਅਸਲੀ ਰੂਪ ਤਾਂ ਅਸੀਂ ਲਿਆਉਣਾ ਨਹੀਂ ਚਾਹੁੰਦੇ। ਠੀਕ ਹੈ। ਸੋ ਦੈਟ ਇਜ਼ ਦਾ ਫਾਈਟ। ਠੀਕ ਹੈ। ਸੋ ਚਾਹੇ ਉਹ ਮਤਲਬ ਪਾਰਟੀ, ਕਿਉਂਕਿ ਮੈਂ ਹੁਣ ਕਾਂਗਰਸ ਪਾਰਟੀ ਦਾ MLA ਹੈਗਾ, ਤੇ ਉਹ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਜੇ ਅਸੀਂ ਗੱਲ ਕਹਿ ਨਹੀਂ ਸਕਦੇ ਤੇ ਜੇ ਉਹਦੇ ਤੇ ਕੋਈ ਜੇ ਠੀਕ ਆ ਤੇ ਉਹਦੇ ਤੇ ਕੋਈ ਫੈਸਲਾ ਨਹੀਂ ਕਰਾ ਸਕਦੇ, ਫਿਰ ਮੈਨੂੰ ਲੱਗਦਾ ਸਾਨੂੰ ਵਿੱਚ ਵੀ ਰਹਿ ਕੇ ਅਸੀਂ ਕੀ ਕਰਨਾ, ਫਿਰ ਤਾਂ ਵੀ ਨੈਕਸਟ ਜਨਰੇਸ਼ਨ ਨੂੰ ਟੇਕ ਓਵਰ ਕਰਨ ਦਈਏ। ਠੀਕ ਹੈ। ਪ੍ਰਗਟ ਸਿੰਘ ਜੀ, ਤੁਸੀਂ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੈ, ਜਦੋਂ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਤੁਸੀਂ ਸੀਗੇ, ਅਕਾਲੀ ਪਾਰਟੀ 'ਚ ਸ਼ਾਮਲ ਸੀਗੇ, ਉਸ ਵੇਲੇ ਵੀ ਤੁਸੀਂ ਜਿਹੜੇ ਲੋਕਾਂ ਦੇ ਵੱਖ-ਵੱਖ ਮੁੱਦੇ ਆ ਉਹ ਬੜੇ ਦਲੇਰੀ ਨਾਲ ਉਠਾਉਂਦੇ ਰਹੇ ਆ। ਉਹ ਅਕਾਲੀ ਦਲ ਦੇ ਅੰਦਰ ਵੀ ਤੁਸੀਂ ਇਸ ਪੱਖ ਤੋਂ ਕਾਫੀ ਸੰਘਰਸ਼ ਕੀਤਾ। ਉਹ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੀ ਤੁਸੀਂ ਪਿਛਲੇ ਸਾਰੇ ਸਮੇਂ 'ਚ ਕੋਈ ਖਾਮੋਸ਼ ਹੋ ਕੇ ਨਹੀਂ ਰਹੇ। ਤੁਸੀਂ ਜਿੱਦਾਂ ਤੁਸੀਂ ਦੱਸਿਆ ਪਾਰਟੀ ਦੇ ਅੰਦਰ ਵੀ ਮੁੱਦੇ ਉਠਾਏ ਹੋਣਗੇ ਤੇ ਤੁਸੀਂ ਜਨਤਕ ਪਲੇਟਫਾਰਮਾਂ ਦੀ ਵਰਤੋਂ ਕਰਕੇ ਵੀ ਤੁਸੀਂ ਮੁੱਦੇ ਉਠਾਉਂਦੇ ਰਹੇ ਆ। ਹੁਣ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਵੱਡੀ ਪ੍ਰਾਪਤੀ ਕੀਤੀ ਆ, ਕਾਂਗਰਸ ਦਾ ਪੰਜਾਬ ਦਾ ਨਵਾਂ ਪ੍ਰਧਾਨ ਵੀ ਬਣ ਗਿਆ, ਨਵਾਂ ਮੁੱਖ ਮੰਤਰੀ ਵੀ ਬਣ ਗਿਆ। ਹੁਣ ਜਿਹੜੇ ਪੰਜਾਬ ਦੇ ਪੱਖ ਦੇ ਮੁੱਦੇ ਆ ਔਰ ਜਿਹੜੇ ਮੁੱਦੇ ਤੁਸੀਂ ਉਠਾਉਂਦੇ ਵੀ ਰਹੇ ਆ, ਹੁਣ 3 ਮਹੀਨੇ ਦਾ ਤੁਹਾਡੇ ਕੋਲ ਸਮਾਂ ਆ ਤੇ ਉਹਦੇ 'ਚ ਤੁਹਾਡੀ ਸਰਕਾਰ ਤੇ ਤੁਹਾਡੀ ਪਾਰਟੀ ਉਹਨਾਂ ਪੱਖ ਦੇ ਮੁੱਦਿਆਂ ਦੇ ਹੱਲ ਲੱਭਣ ਲਈ ਜਾਂ ਜਿਹੜੇ ਕਦਮ ਚੁੱਕੇ ਜਾਣ ਵਾਲੇ ਆ, ਜਿਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਲੋੜ ਆ, ਜਾਂ ਜਿਨ੍ਹਾਂ ਦੀ ਤੁਸੀਂ ਮੰਗ ਲੰਮੇ ਸਮੇਂ ਤੋਂ ਕਰਦੇ ਰਹੇ ਆ, ਉਹਨਾਂ ਬਾਰੇ ਹੁਣ ਤੁਸੀਂ ਕੀ ਕਰਨ ਬਾਰੇ ਸੋਚਦੇ ਆ ਤੇ ਇਹ ਕੀ ਇੰਨਾ ਜਿਹੜਾ ਥੋੜ੍ਹਾ ਜਿਹਾ ਸਮਾਂ ਇਹਦੇ 'ਚ ਕੁਛ ਕਰਕੇ ਦਿਖਾ ਸਕੋਗੇ ਤੁਸੀਂ? ਦੇਖੋ, ਲੜਾਈ ਤਾਂ ਲੰਬੀ ਹੋ ਗਈ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਮੇਰਾ ਖਿਆਲ ਹੈ ਕਿ ਹੁਣ 90 ਕੁ ਦਿਨ ਦਾ ਸਮਾਂ ਆ। ਹਾਂਜੀ। ਰਿਐਕਸ਼ਨ ਟਾਈਮ ਤਾਂ ਹੈਗਾ ਬਹੁਤ ਘੱਟ, ਬਟ ਮੈਨੂੰ ਐ ਲੱਗਦਾ ਹੈਗਾ ਜਿੱਦਾਂ, ਕਿਉਂਕਿ ਜਿਹੜੀ ਪਹਿਲੀ ਕੈਬਨਿਟ ਹੋਈ ਆ ਜਾਂ ਸਾਡੇ ਨਾਲ ਵੀ ਥੋੜ੍ਹੀ ਬਹੁਤੀ ਡਿਸਕਸ਼ਨ ਹੋਈ ਆ ਵੀ ਹਾਂ ਵੀ ਅਸੀਂ ਰੇਤਾ ਵਾਲਾ ਇਸ਼ੂ ਹੈਗਾ ਜਿਹੜਾ ਜਾਂ ਬਿਜਲੀ ਵਾਲਾ ਇਸ਼ੂ, ਵੀ ਉਹ ਬੇਸਿਕਲੀ ਵਿਦਿਨ ਫਿਊ ਡੇਜ਼, ਕਿਉਂਕਿ ਅਲਟੀਮੇਟਲੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਮੇਰੇ ਖਿਆਲ ਕਾਫੀ ਕੰਮ ਵੀ ਕੀਤਾ ਹੋਇਆ, ਬਟ ਐਟ ਦਾ ਸੇਮ ਟਾਈਮ ਸ਼ਾਇਦ ਕਾਰਪੋਰੇਸ਼ਨ ਬਣਾਉਣ ਦਾ ਇੰਨਾ ਸਮਾਂ ਨਾ ਹੋਵੇ, ਬਟ ਉਹ ਤਾਂ ਬੇਸਿਕਲੀ ਨੈਕਸਟ ਉਹਦੇ ਤੋਂ ਮੈਨੂੰ ਲੱਗਦਾ, ਕਿਉਂਕਿ ਅਲਟੀਮੇਟਲੀ ਇਹਨਾਂ ਕੰਮਾਂ ਨੂੰ ਬੇਸਿਕਲੀ 3 ਤੋਂ 4 ਮਹੀਨੇ ਦਾ ਸਮਾਂ, ਉਹਦੀ ਇੰਪਲੀਮੈਂਟੇਸ਼ਨ ਵੀ ਹੋਣੀ ਹੈ, ਜਦ ਤਾਈਂ ਕੋਡ ਆਫ ਕੰਡਕਟ ਲੱਗ ਜਾਣਾ। ਬਟ ਮੈਨੂੰ ਲੱਗਦਾ ਇਸ ਸਮੇਂ ਦੇ ਵਿੱਚ, ਕਿਉਂਕਿ ਰੇਤ ਵਾਲਾ ਇਸ਼ੂ, ਕੁਛ ਹੱਦ ਤੱਕ ਡਰੱਗ ਵਾਲਾ ਇਸ਼ੂ, ਠੀਕ ਹੈ, ਬੇਅਦਬੀਆਂ ਵਾਲਾ ਇਸ਼ੂ, ਕਿਉਂਕਿ ਬੇਅਦਬੀਆਂ ਵਾਲੇ ਇਸ਼ੂ ਦੇ ਵਿੱਚ ਸਮੱਸਿਆ ਕਿੱਥੇ ਕੁ ਹੈਗੀ ਆ, ਕਿਉਂਕਿ ਬਹੁਤ ਜ਼ਿਆਦਾ ਕੋਰਟਸ ਦੇ ਵਿੱਚ, ਕਿਉਂਕਿ ਚਾਹੇ ਉਹ CBI ਕੋਰਟ ਹੈ, ਚਾਹੇ ਹਾਈ ਕੋਰਟ ਹੈ, ਚਾਹੇ ਸੁਪਰੀਮ ਕੋਰਟ ਹੈ, ਦੇਰ ਆਰ ਨੰਬਰ ਆਫ ਕੋਰਟਸ ਇਨਵੋਲਵ, ਅਦਾਲਤਾਂ ਦੇ ਵਿੱਚ ਹੈਗਾ, ਪਰ ਉਹਦੇ ਵਿੱਚ ਕਿੰਨਾ ਕੁ ਜਿਹੜਾ ਬੈਸਟ ਪੋਸੀਬਲ ਹੈਗਾ ਉਹਨੂੰ ਕਰ ਸਕਦੇ ਆ, ਔਰ ਉਹਦੇ ਨਾਲ ਬੇਸਿਕਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿਤੇ ਕਰਪਸ਼ਨ ਵਾਲੀ ਗੱਲ ਹੈਗੀ ਆ, ਜਾਂ ਜਿਹੜੀਆਂ ਹੋਰ ਵੀ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ, ਕਿਉਂਕਿ ਪੰਜਾਬ ਨੂੰ ਬੇਸਿਕਲੀ ਤਾਂ ਕਰਪਸ਼ਨ ਨੇ ਮਾਰਿਆ। ਹਾਂਜੀ। ਤੇ ਕਰਪਸ਼ਨ ਕਰਕੇ ਜਾਂ ਅਦਰਵਾਈਜ਼ ਸਾਡੇ ਤੇ 3 ਲੱਖ ਕਰੋੜ ਦਾ ਕਰਜ਼ਾ ਜਦੋਂ ਇਸ ਸਰਕਾਰ ਨੇ ਟੈਨਿਓਰ ਪੂਰਾ ਕਰਨਾ, ਠੀਕ ਹੈ, ਔਰ ਉਸ ਦਾ ਜਿਹੜਾ ਡੈਟ ਸਰਵਿਸ ਹੀ ਆ ਉਹ ਲਗਭਗ 35,000 ਕਰੋੜ ਰੁਪਈਆ ਹੈਗਾ, ਕਿਉਂਕਿ ਇੰਨਾ ਕੀ ਬੇਸਿਕਲੀ ਪੇ ਪੈਕੇਜ ਆ। ਹਾਂਜੀ। ਇਦੋਂ ਘੱਟ ਸਾਡੀ ਕਮਾਈ ਆ, ਕਿਉਂਕਿ 60-65,000 ਕਰੋੜ ਦੀ ਕਮਾਈ ਆ।
ਠੀਕ ਹੈ। ਤੇ ਉਹਦੇ ਤੋਂ ਬਾਅਦ ਅਸੀਂ ਬਿਜਲੀ ਦੀ ਸਬਸਿਡੀ, ਉਹਦੇ ਤੋਂ ਬਾਅਦ ਬੇਸਿਕਲੀ ਜਿਹੜੀਆਂ ਵੈਲਫੇਅਰ ਸਕੀਮਸ ਹੈਗੀਆਂ, ਸੋ ਇਹਦੀ ਇੰਪਰੂਵਮੈਂਟ ਜਿਹੜੀ ਆ, ਕਿਉਂਕਿ ਅਸੀਂ ਜੇ ਰੇਤਾ ਜੇ ਫ੍ਰੀ ਕਰਦੇ ਆ, ਉਹਦੇ ਨਾਲ ਬੇਸਿਕਲੀ ਕੀ ਹੋਊਗਾ ਕਿ ਇੱਕ ਮੂਵਮੈਂਟ ਬਣੂਗੀ ਕੰਸਟਰਕਸ਼ਨ ਦੀ, ਕਿਉਂਕਿ ਅੱਜ ਦੀ ਤਰੀਕ ਤਾਂ ਰੇਤਾ, ਕਿਉਂਕਿ ਅੱਛਾ ਦੂਸਰੀ ਗੱਲ ਹੈ, ਇੱਕ ਛੋਟਾ ਜ਼ਿਮੀਂਦਾਰ ਜਾਂ ਛੋਟਾ ਵਰਕਰ, ਉਹਨੇ ਛੋਟੀ ਟਰਾਲੀ ਤੇ ਟਰੈਕਟਰ ਰੱਖਿਆ, ਉਹ ਕੀ ਕਰਦਾ ਸੀ, 2 ਗੇੜੇ ਲਾ ਲੈਂਦਾ ਸੀ, ਉਹਦੇ ਨਾਲ 1000-1500 ਰੁਪਈਆ ਉਹਦਾ ਜਿਹੜਾ ਉਹ ਬਣ ਜਾਂਦਾ ਸੀ। ਬਟ ਇਹ ਮਾਫੀਏ ਨੇ ਸਾਰ ਦਾ ਬੰਦ ਕਰ ਦਿੱਤਾ। ਸੋ ਇਹ ਤਾਂ ਨਹੀਂ ਹੋ ਸਕਦਾ ਵੀ ਉਹਨੂੰ, ਔਰ ਲੇਕਿਨ ਉਹਦੇ ਪੈਰਾਮੀਟਰ ਫਿਰ ਵੀ ਫਿਕਸ ਕਰਨੇ ਪੈਣਗੇ, ਉਹਦੇ ਤੇ ਬੇਸਿਕਲੀ ਬਹੁਤ ਲਾਰਜ ਸਕੇਲ ਤੇ ਕਰਪਸ਼ਨ ਜਿਹੜੀ ਆ ਉਹ ਹੁੰਦੀ ਸੀਗੀ। ਸੋ ਬਾਕੀ ਹੈਗਾ ਕਿ ਇਹਦਾ ਚੀਰਾ ਮੋਹਰਾ, ਇਹਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ, ਇਹਨੂੰ ਬੇਸਿਕਲੀ ਇੱਕ ਠੀਕ ਰੂਪ ਰੰਗ ਦੇਣਾ ਐਂਡ ਉਹਨੂੰ ਬੜਾ ਕਲੀਅਰ ਕੱਟ ਮੈਸੇਜ ਦੇਣਾ ਕਿ ਹਾਂ ਵੀ ਵੀ ਮੀਨ ਕਿ ਹਾਂ ਵੀ ਇਹ ਹੋਣਾ ਚਾਹੀਦਾ। ਉਹਦੇ ਲਈ ਤੁਹਾਡੀ ਕੈਬਨਿਟ ਜਿਹੜੀ ਆ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਆ, ਕੰਪੀਟੈਂਟ ਵੀ ਹੋਣੀ ਚਾਹੀਦੀ, ਕਿਉਂਕਿ ਡਿਲੀਵਰ ਵੀ ਕਰਨਾ ਨਾ, ਕਿਉਂਕਿ ਕੱਲਾ ਸਾਫ਼ ਸੁਥਰਾ ਰੱਖ ਕੇ ਤੇ ਡਿਲੀਵਰੀ ਨਾ ਹੋਵੇ। ਸੋ ਇਹ ਬਹੁਤ ਵੱਡੇ ਚੈਲੰਜਸ ਹੈਗੇ ਆ, ਔਰ ਉਹਦੇ ਵਿੱਚ ਸਟੇਟ ਦੇ ਵਿੱਚ ਸੈਂਸਿਟੀਵਿਟੀ ਵੀ ਹੈਗੀ ਆ, ਕਿਉਂਕਿ ਕਿਸਾਨੀ ਇਸ਼ੂ ਹੈਗਾ, ਕਿਉਂਕਿ ਆਉਣ ਵਾਲਾ ਸਮਾਂ ਇਲੈਕਸ਼ਨਾਂ ਦਾ ਵੀ ਹੈਗਾ, ਕਿਤੇ ਟਕਰਾਅ ਦੀ ਕੋਈ ਸਥਿਤੀ ਨਾ ਬਣ ਜਾਵੇ, ਕੋਈ ਸ਼ਰਾਰਤ ਨਾ ਕਰ ਜਾਵੇ, ਕੋਈ ਇੱਦਾਂ ਦੀਆਂ ਚੀਜ਼ਾਂ ਨਾ ਕਰ ਜਾਵੇ। ਵੈਸੇ ਵੀ ਮਾਣਕ ਜੀ, ਮੈਨੂੰ ਐਂ ਲੱਗਦਾ ਕਿ ਪਿਛਲੇ ਸਮੇਂ 'ਚ ਕਿਤੇ ਨਾ ਕਿਤੇ ਪੋਲੀਟੀਕਲ ਲੀਡਰਸ਼ਿਪ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਘਟਿਆ ਆ, ਤੇ ਉਹਦੇ ਵਿੱਚੋਂ ਜਿਹੜੀਆਂ ਇਹ ਐਜੀਟੇਸ਼ਨ ਜਿਹੜੀਆਂ ਹੈਗੀਆਂ ਵੀ ਧਰਨੇ, ਕਦੀ ਕਿਤੇ ਧਰਨੇ, ਕਦੀ ਕਿਤੇ ਧਰਨੇ, ਕਦੀ ਕਿਤੇ ਧਰਨੇ, ਸੋ ਸਾਨੂੰ ਉਹਨੂੰ ਵੀ ਕਿਤੇ ਨਾ ਕਿਤੇ ਕੰਟਰੋਲ ਕਰਕੇ, ਕਿਉਂਕਿ ਜੌਬ ਜਿਹੜੀ ਆ ਇਹਦੇ 'ਚ ਪ੍ਰਗਟ ਸਿੰਘ ਜੀ, ਇਹੀ ਗੱਲ ਤੁਸੀਂ ਠੀਕ ਕਰ ਰਹੇ ਆ ਕਿ ਇਸ ਵੇਲੇ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਇੱਕ ਪਾਸੇ ਦਾ ਕਿਸਾਨ ਜਿਹੜੇ ਆ ਸਾਲ ਪੂਰਾ ਹੋਣ ਦੇ ਨੇੜੇ ਤੇੜੇ ਪਹੁੰਚ ਗਿਆ, ਉਹ 3 ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਆ। ਪੰਜਾਬ 'ਚ 125 ਤੋਂ ਵਧੇਰੇ ਥਾਵਾਂ ਤੇ ਧਰਨੇ ਲੱਗੇ ਹੋਏ ਆ। ਇੱਕ ਤਾਂ ਬਹੁਤ ਵੱਡਾ ਉਹ ਮਸਲਾ ਸਾਡੀ ਖੇਤੀ ਦੀ ਸਟੈਗਨੇਸ਼ਨ ਵੀ ਆ ਗਈ ਹੈ, ਤੇ ਅੱਗੇ ਇਹ ਜਿਹੜੇ ਨਵੇਂ ਕਾਨੂੰਨ ਆ, ਇਹਦੇ ਨਾਲ ਕਿਸਾਨਾਂ ਨੂੰ ਲੱਗਦਾ ਕਿ ਜਿਹੜਾ ਖੇਤੀਬਾੜੀ ਦੇ ਵਪਾਰ 'ਚ, ਖੇਤੀਬਾੜੀ ਦੇ ਉਤਪਾਦਨ 'ਚ ਇਹ ਕਾਰਪੋਰੇਟਰਾਂ ਨੂੰ ਘਸੋ ਰਿਹਾ, ਇਹ ਮਸਲਾ। ਦੂਜੇ ਪਾਸੇ ਸਾਰੇ ਵਰਗਾਂ ਦੇ ਮੁਲਾਜ਼ਮ ਜਿਹੜੇ ਆ ਉਹ ਵੱਖ ਆਪਣੇ ਮੁੱਦਿਆਂ ਨੂੰ ਲੈ ਕੇ, ਕੋਈ ਕੱਚੇ ਮੁਲਾਜ਼ਮ ਪੱਕਾ ਹੋਣਾ ਚਾਹੁੰਦੇ ਆ, ਕੋਈ ਠੇਕੇ ਦੇ ਜਿਹੜੇ ਮੁਲਾਜ਼ਮ ਆ ਉਹ ਚਾਹੁੰਦੇ ਆ ਕਿ ਸਰਕਾਰ ਸਾਨੂੰ ਆਪਣੀ ਪੇਰੋਲ ਤੇ ਲੈ ਲਵੇ। ਇਹਨਾਂ ਸਾਰੇ ਮਸਲਿਆਂ ਨਾਲ ਨਿਪਟਣ ਲਈ, ਕਿਉਂਕਿ ਸਮਾਂ ਵੀ ਤੁਹਾਡੇ ਕੋਲ ਬਹੁਤ ਥੋੜ੍ਹਾ ਹੈ, ਫਿਰ ਵੀ ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਥੋੜ੍ਹਾ ਸੰਤੁਸ਼ਟ ਕਰੋਗੇ ਤਾਂ ਕਿ 2022 ਦੀਆਂ ਚੋਣਾਂ 'ਚ ਪਾਰਟੀ ਨੂੰ ਸਮਰਥਨ ਵੀ ਮਿਲ ਸਕੇ, ਤੇ ਪੰਜਾਬ ਦਾ ਜਿਹੜਾ ਵਾਤਾਵਰਨ ਨਿਰਾਸ਼ਾ ਭਰਿਆ ਬਣਿਆ ਹੋਇਆ, ਇਹਦੇ 'ਚ ਕੋਈ ਆਸ ਦੀ ਕਿਰਨ ਵੀ ਪੈਦਾ ਹੋ ਸਕੇ? ਦੇਖੋ ਮਾਣਕ ਜੀ, ਮੈਨੂੰ ਇਹ ਲੱਗਦਾ ਅਕਰੋਸ ਦਾ ਪੋਲੀਟੀਕਲ ਪਾਰਟੀ ਸਿਸਟਮ ਕਦਰਾਂ ਕੀਮਤਾਂ ਤੇ ਕੰਪਰੋਮਾਈਜ਼ ਹੋਇਆ, ਕਿਰਦਾਰ ਕਿਤੇ ਨਾ ਕਿਤੇ ਡਿੱਗਿਆ, ਸੁਸਾਇਟੀ ਦੇ ਵਿੱਚ ਵੀ ਡਿੱਗਿਆ ਹੈਗਾ, ਡੈਮੋਕ੍ਰੇਸੀ ਦੇ ਚਾਰੇ ਥੰਮ੍ਹਿਆਂ ਉਹਨਾਂ ਵਿੱਚ, ਕਿਉਂਕਿ ਅਲਟੀਮੇਟਲੀ ਤਾਂ ਬੰਦੇ ਹੀ ਹੈ ਨਾ, ਉਹਨੂੰ ਉਹ ਅਲਖ ਜਿਹੜੀ ਜਗਾਉਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਹੈ ਸਮੱਸਿਆਵਾਂ ਬਹੁਤ ਆ, ਕਿਉਂਕਿ ਸਾਡੇ EMPLOYEES ਦੀ ਸਮੱਸਿਆ ਹੈਗੀ ਆ, ਸਾਡੇ ਕਿਉਂਕਿ ਯੂਥ ਨੂੰ ਨੌਕਰੀ ਨਹੀਂ ਮਿਲ ਰਹੀ, ਸਾਡਾ ਯੂਥ ਬਾਹਰ ਜਾ ਰਿਹਾ ਹੈਗਾ, ਸਾਡਾ ਪਾਣੀ ਡਿਪਲੀਟ ਹੋ ਰਿਹਾ ਹੈਗਾ, ਸੋ ਦੇਰ ਆਰ ਨੰਬਰ ਆਫ ਇਸ਼ੂਜ਼। ਬਟ ਐਟ ਦਾ ਸੇਮ ਟਾਈਮ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਖਰਬੂਜਾ ਚਾਹੇ ਛੁਰੀ ਤੇ ਡਿੱਗੇ, ਚਾਹੇ ਛੁਰੀ ਖਰਬੂਜੇ ਤੇ ਡਿੱਗੀਏ, ਤੇ ਕੱਟ ਤਾਂ ਖਰਬੂਜੇ ਨਹੀਂ ਹੋਣਾ। ਪੰਜਾਬ ਦਾ ਨੁਕਸਾਨ ਹੀ ਹੋਣਾ ਜੇ ਅਸੀਂ ਬਹੁਤ ਜ਼ਿਆਦਾ ਐਗਰੈਸਿਵਲੀ, ਸਾਨੂੰ ਸੋਚ ਸਮਝ ਕੇ, ਸਾਨੂੰ ਮਤਲਬ ਜਿੱਥੇ ਡਿਸਕਸ਼ਨ ਕਰਨ ਦੀ ਜ਼ਰੂਰਤ ਹੈ ਉੱਥੇ ਡਿਸਕਸ਼ਨ ਕਰਨਾ ਚਾਹੀਦਾ, ਜਿੱਥੇ ਐਕਸ਼ਨ ਦੀ ਜ਼ਰੂਰਤ ਹੈ ਸਾਨੂੰ ਐਕਸ਼ਨ ਕਰਨਾ ਚਾਹੀਦਾ। ਸਾਨੂੰ ਇੱਕ ਬੇਸਿਕਲੀ ਲਾਰਜਰ ਪਿਕਚਰ ਜਿਹੜੀ ਆ ਉਹ ਸਾਡੇ ਸਾਹਮਣੇ ਰੱਖਣੀ ਚਾਹੀਦੀ ਆ, ਕਿਉਂਕਿ ਹੋਇਆ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਇਹ ਪ੍ਰੋਬਲਮਸ ਆਈਆਂ, ਐਂਡ ਆਫ ਦਾ ਡੇ ਨੁਕਸਾਨੇ ਆਪਾਂ ਹੀ ਗਏ ਆ। ਠੀਕ ਹੈ। ਸੋ ਉਸ ਨੁਕਸਾਨ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ, ਕਿਉਂਕਿ ਜੌਬਸ ਦੀ ਪ੍ਰੋਬਲਮ ਹੈਗੀ ਆ, ਬਟ ਐਟ ਦਾ ਸੇਮ ਟਾਈਮ ਆਪਾਂ ਲੜ ਕੇ, ਧਰਨੇ ਲਾ ਕੇ ਆਪਾਂ ਉਹਨੂੰ ਕਿੱਧਰ ਨੂੰ ਲੈ ਕੇ ਜਾਵਾਂਗੇ? ਅਸੀਂ ਹੋਰ ਇਕਨੋਮੀ ਨੂੰ ਖਰਾਬ ਕਰ ਲਾਂਗੇ। ਇਸੇ ਤਰ੍ਹਾਂ ਹੀ ਬੇਸਿਕਲੀ ਜਿਹੜੇ ਖੇਤੀ ਦੇ ਕਾਨੂੰਨ ਹੈਗੇ ਆ, ਆਪਾਂ ਐਗਰੀ ਕਰਦੇ ਹਾਂ ਵੀ ਹਾਂ ਵੀ ਇਹ BJP ਨੂੰ ਬੇਸਿਕਲੀ ਵਿਡਰਾਅ ਕਰਕੇ ਤੇ ਇਹਨਾਂ ਨੂੰ ਕੋਈ ਕਮੇਟੀ ਬਣਾ ਕੇ ਇਹਦੇ ਤੇ ਲੈਂਥੀ ਆਮ ਸਹਿਮਤੀ ਵਾਲੀ ਗੱਲ ਕਰ ਲੈਣੀ ਚਾਹੀਦੀ ਸੀਗੀ। ਲੇਕਿਨ ਐਟ ਦਾ ਸੇਮ ਟਾਈਮ ਜੇ ਅਸੀਂ ਪੰਜਾਬ ਦੇ ਵਿੱਚ ਰੇਲਾਂ ਜਾਂ ਦੂਜਾ ਤੀਜਾ, ਕਈ ਵਾਰੀ ਕਿਉਂਕਿ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ, ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਵਿੱਚ ਮੈਮੋਰੰਡਮ ਦੇਣਾ, ਉਹਦੇ ਤੇ ਪਰਸੂ ਕਰਨਾ, ਉੱਥੋਂ ਤੱਕ ਤਾਂ ਠੀਕ ਆ, ਪਰ ਲੋਕਾਂ ਦੀ ਲਾਈਫ ਨੂੰ ਡਿਸਟਰਪਟ ਕਰਨਾ, ਕਿਉਂਕਿ ਮੈਂ ਦੇਖਦਾ ਕਈ ਵਾਰੀ ਧਰਨਿਆਂ ਦੇ ਵਿੱਚ ਕਈਆਂ ਦੀ ਡੈਥ ਹੋ ਜਾਂਦੀ ਆ, ਕੋਈ ਬੰਦਾ ਹਸਪੀਟਲ ਨਹੀਂ ਪਹੁੰਚ ਸਕਦਾ। ਸੋ ਇਹ ਅਸੀਂ ਬੇਸਿਕਲੀ ਵੀ ਸ਼ੁੱਡ ਬੀ ਇੰਟੈਲੀਜੈਂਟ ਇਨਫ। ਠੀਕ ਹੈ। ਦੇਖੋ ਸਾਨੂੰ ਪੇਸ਼ੈਂਸ ਲਿਆਉਣੀ ਪਊਗੀ,
ਸਾਨੂੰ ਲੌਂਗ ਟਰਮ ਤੇ ਦੇਖਣਾ ਪਊਗਾ, ਸਾਨੂੰ ਸ਼ਾਰਟ ਟਰਮ ਤੇ ਵੀ ਦੇਖਣਾ ਪਊਗਾ, ਮੈਂ ਨਹੀਂ ਕਹਿੰਦਾ, ਬਟ ਇਹ ਨਾ ਹੋਵੇ ਵੀ ਅਸੀਂ ਫਰਦਰ ਪੰਜਾਬ ਦਾ ਨੁਕਸਾਨ ਕਰਾਈਏ। ਇਹਦੇ ਤੇ ਸਾਨੂੰ ਸੁਹਿਰਦ ਹੋਣ ਦੀ ਜ਼ਰੂਰਤ ਆ, ਸਾਡੀ ਪੋਲੀਟੀਕਲ ਸਿਸਟਮ ਨੂੰ ਸੁਹਿਰਦ ਹੋਣ ਦੀ ਜ਼ਰੂਰਤ ਆ, ਸਾਡੀ ਬਿਊਰੋਕ੍ਰੇਸੀ ਨੂੰ ਸੁਹਿਰਦ ਹੋਣ ਦੀ ਜ਼ਰੂਰਤ ਆ, ਸਾਨੂੰ ਵਿਜ਼ਨ ਦੇਣ ਦੀ ਜ਼ਰੂਰਤ ਹੈਗੀ ਆ, ਔਰ ਉਹਦੇ ਨਾਲ ਨਾਲ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈਗਾ ਉਹਨੂੰ ਵੀ ਆਪਣਾ ਜਿਹੜਾ ਵੱਡਾ ਰੋਲ ਆ, ਕਿਉਂਕਿ ਤੁਹਾਡੇ ਵਰਗੇ ਅਦਾਰੇ ਜਿਹੜੇ ਆ ਬਹੁਤ ਸੁਹਿਰਦ ਅਦਾਰੇ ਹੈਗੇ ਆ, ਬਟ ਮਾਨਕ ਜੀ ਕਈ ਜਿਹੜੇ ਸਾਡੇ ਅੱਜ ਕੱਲ੍ਹ ਵੈਬ ਪੋਰਟਲ ਦੂਜਾ ਤੀਜਾ, ਕਿਉਂਕਿ ਬਹੁਤ ਇਹੋ ਜਿਹੀਆਂ ਬਾਜ਼ਾਰ ਦੇ ਵਿੱਚ ਗੱਲਾਂ ਛੱਡਦੇ ਆ ਜਿਹੜੀਆਂ ਸੱਚ ਤੋਂ ਕੋਹਾਂ ਦੂਰ ਹੁੰਦੀਆਂ, ਉਹਦੇ ਨਾਲ ਕੀ ਹੁੰਦਾ, ਇੱਕ ਖਲਾਅ ਪੈਦਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਇਹ ਸਾਰਿਆਂ ਨੂੰ ਆਪਣਾ ਆਪਣਾ ਰੋਲ ਦੇਖ ਕੇ ਤੇ ਉਹਦੇ ਤੇ ਐਕਟ ਕਰਨ ਦੀ ਜ਼ਰੂਰਤ ਹੈਗੀ ਹੈ। ਅੱਛਾ ਪ੍ਰਗਟ ਸਿੰਘ ਜੀ, ਇੱਕ ਜਿਹੜਾ ਪਿਛਲੇ ਦਿਨੇ ਜਦੋਂ ਇਹ ਨਵਾਂ ਮੁੱਖ ਮੰਤਰੀ ਚੁਣਨ ਦਾ ਅਮਲ ਜਿਹੜਾ ਉਹ ਚੱਲ ਰਿਹਾ ਸੀਗਾ, ਤੇ ਉਸ ਸਮੇਂ ਦੌਰਾਨ ਪੰਜਾਬ ਦੇ ਮੀਡੀਆ ਵਿੱਚ ਤੇ ਪੰਜਾਬ ਦੇ ਸਿਆਸੀ ਹਲਕਿਆਂ 'ਚ ਜਾਤਾਂ ਤੇ ਧਰਮਾਂ ਨੂੰ ਲੈ ਕੇ ਬੜੀ ਚਰਚਾ ਛਿੜੀ ਰਹੀ, ਤੇ ਉਹਦੇ 'ਚ ਕਾਂਗਰਸ ਦੀ ਇੱਕ ਸੀਨੀਅਰ ਲੀਡਰ ਨੇ ਬਿਆਨ ਦੇ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਜਾਂ ਸਰਦਾਰ ਹੋਣਾ ਚਾਹੀਦਾ, ਤੇ ਉਹਦੇ 'ਚ ਕਿਸੇ ਨੇ ਇਹ ਕਿਹਾ ਕਿ ਜਦੋਂ ਚੰਨੀ ਹੋਣੀ ਚੁਣੇ ਗਏ ਤੇ ਪਹਿਲੀ ਵਾਰੀ ਇਤਿਹਾਸ ਪੰਜਾਬ ਦਾ ਦਲਿਤ ਮੁੱਖ ਮੰਤਰੀ ਬਣ ਗਿਆ, ਉਹਦੇ 'ਚ ਪੰਜਾਬ ਦਾ ਜਿਹੜਾ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਹੈ ਉਹਨੇ ਵੀ ਆਪਣਾ ਪ੍ਰਤੀਕਰਮ ਦੇ ਦਿੱਤਾ ਕਿ ਜਿਹੜਾ ਦਲਿਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਪਰ ਸਮੁੱਚੇ ਤੌਰ 'ਤੇ ਅਸੀਂ ਦੇਖਦੇ ਹਾਂ, ਚਾਹੇ ਸਾਡੀ ਕੌਮੀ ਰਾਜਨੀਤੀ ਹੈ, ਚਾਹੇ ਪੰਜਾਬ ਦੀ ਰਾਜਨੀਤੀ ਹੈ ਜਾਂ ਹੋਰ ਰਾਜਾਂ ਦੀ ਰਾਜਨੀਤੀ ਹੈ, ਉਹਦੇ 'ਚ ਜਾਤਾਂ ਤੇ ਧਰਮਾਂ ਦੀ ਚਰਚਾ ਜਾਂ ਜਾਤਾਂ ਤੇ ਧਰਮਾਂ ਨੂੰ ਮੁੱਖ ਰੱਖ ਕੇ ਕੋਈ ਨਿਯੁਕਤੀਆਂ ਕਰਨ ਜਾਂ ਨਿਯੁਕਤੀਆਂ ਰੋਕਣ ਦਾ ਸਿਲਸਿਲਾ ਬਹੁਤ ਚੱਲ ਪਿਆ। ਤੇ ਇਹਦੇ 'ਤੇ ਜਿਹੜਾ ਪਿਛਲੇ ਦਿਨੇ ਸੁਨੀਲ ਜਾਖੜ ਉਹਨਾਂ ਨੇ ਇਤਰਾਜ਼ ਵੀ ਪ੍ਰਗਟ ਕੀਤਾ। ਇਹ ਦੇਸ਼ ਦੇ ਸਾਡੇ ਵਰਗਾ ਜਿਹੜਾ ਜਮਹੂਰੀ ਦੇਸ਼ ਹੈ ਤੇ ਪੰਜਾਬ ਜਿਹੜਾ ਉਂਝ ਵੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ 'ਚ ਯਕੀਨ ਰੱਖਦਾ, ਇਹਦੇ 'ਚ ਕਿੰਨੀ ਕੁ ਚੰਗੀ ਗੱਲ ਹੈ ਜਿਹੜੀ ਇਸ ਤਰ੍ਹਾਂ ਦੀ ਚੀਜ਼ ਬਹੁਤ ਵੱਧ ਰਹੀ ਹੈ? ਇਹ ਮਾਨਕ ਸਾਹਿਬ ਬਦਕਿਸਮਤੀ ਆ ਸਾਡੀ, ਹਾਂਜੀ, ਕਿਉਂਕਿ ਗੁਰੂ ਨਾਨਕ ਦੀ ਧਰਤੀ ਆ, ਹਾਂਜੀ, ਉਹ ਫਿਲਾਸਫੀ ਆ, ਹਾਂਜੀ, ਉਹਦੇ ਵਿੱਚ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਵੀ ਇਹ ਕਿਹਾ ਵੀ ਮੁੱਖ ਮੰਤਰੀ ਹਿੰਦੂ ਹੋਵੇ, ਸਿੱਖ ਹੋਵੇ ਜਾਂ ਦਲਿਤ ਹੋਵੇ, ਗੱਲ ਤਾਂ ਕਿ ਉਹ ਤੋਂ ਪਹਿਲਾਂ ਚੰਗਾ ਮਨੁੱਖ ਹੋਣਾ ਚਾਹੀਦਾ, ਇਨਸਾਨੀਅਤ ਦੀ ਗੱਲ ਹੈ, ਹਾਂਜੀ, ਔਰ ਉਹਦੇ ਨਾਲ ਨਾਲ ਉਹਦੀ ਕੰਪੀਟੈਂਸੀ ਦੀ ਗੱਲ ਹੈ, ਹਾਂਜੀ। ਚਾਹੇ ਦੇਖੋ ਮੈਨੂੰ ਤਾਂ ਦੇਖੋ ਇੱਕ ਤਾਂ ਚਲੋ ਗੁੜਤੀ ਉਹ ਆ, ਹਾਂਜੀ, ਦੂਜਾ ਇਹ ਆ ਕਿ ਮੈਂ ਖਿਡਾਰੀ ਆ, ਹਾਂਜੀ, ਕਿਉਂਕਿ ਸਾਡੇ ਟੀਮ 'ਚ ਤਾਂ ਇਹ ਹੁੰਦਾ ਸੀ ਵੀ ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਜੇ ਖਿਡਾਰੀ ਚੰਗਾ ਤੇ ਚੰਗਾ, ਇਸੇ ਤਰ੍ਹਾਂ ਜੇ ਇਨਸਾਨ ਚੰਗਾ ਤੇ ਚੰਗਾ, ਉਹ ਇੰਟੈਲੀਜੈਂਟ ਹੈ, ਉਹ ਵਿਜ਼ਨ ਹੈਗੀ ਉਹਦੀ, ਉਹ ਦੇਖ ਸਕਦਾ ਆਉਣ ਵਾਲੇ ਸਮੇਂ ਨੂੰ, ਤੇ ਪਿਛਲੇ ਸਮੇਂ ਤੋਂ ਸਿੱਖ ਸਕਦਾ, ਗੱਲ ਤਾਂ ਇੰਨੀ ਆ, ਤੇ ਵਰਤਮਾਨ ਸਮੇਂ 'ਚ ਉਹ ਐਕਟ ਕਰ ਸਕਦਾ, ਤੇ ਉਹੋ ਜਿਹਾ ਬੰਦਾ ਹੋਣਾ ਚਾਹੀਦਾ। ਅੱਛਾ, ਇਕੱਲੇ ਮੁੱਖ ਮੰਤਰੀ ਦੀ ਵੀ ਗੱਲ ਨਹੀਂ ਹੈ, ਮੈਂ ਤਾਂ ਇਹਨਾਂ ਗੱਲਾਂ ਨਾਲ, ਕਿਉਂਕਿ ਮੇਰਾ ਇਸ ਗੱਲ ਤੇ ਯਕੀਨ ਹੈ ਕਿ ਇਟ ਇਜ਼ ਏ ਟੀਮ, ਸੁਸਾਇਟੀ ਵੀ ਟੀਮ ਹੈ, ਕਿਉਂਕਿ ਇਕੱਲਾ ਆਪਾਂ ਜਿੱਥੋਂ ਸ਼ੁਰੂ ਕੀਤੀ ਸੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ, ਇਕੱਲਾ ਮੁੱਖ ਮੰਤਰੀ ਵੀ ਕੀ ਕਰ ਸਕਦਾ ਜੇ ਉਹਦੀ ਟੀਮ ਹੀ ਚੰਗੀ ਹੈ ਨਹੀਂ ਗੀ, ਜੇ ਉਹਦੇ ਵਿੱਚ ਚੰਗਾ ਥਾਟ ਪ੍ਰੋਸੈਸ ਹੀ ਹੈ ਨਹੀਂ ਗੀ। ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਮੁੱਖ ਮੰਤਰੀ ਜਿਹੜਾ ਉਹ 3 ਕਰੋੜ ਬੰਦਿਆਂ ਨੂੰ ਹੈਂਡਲ ਕਰ ਸਕਦਾ, ਨਾਟ ਪੋਸੀਬਲ। ਉਹਦੇ ਅਲੱਗ-ਅਲੱਗ ਅਦਾਰੇ ਹੈਗੇ ਆ, ਉਹਦੇ ਅਲੱਗ-ਅਲੱਗ ਸਿਸਟਮ ਹੈਗੇ ਆ, ਤੁਸੀਂ ਲੌਂਗ ਟਰਮ ਤੇ ਸ਼ਾਰਟ ਟਰਮ ਤੇ ਕੰਮ ਕਰਨਾ ਹੈਗਾ, ਤੁਸੀਂ ਸੌਣਾ ਵੀ ਹੈਗਾ, ਤੁਸੀਂ ਇਹ ਤਾਂ ਹੈ ਨਹੀਂਗਾ ਕਿ ਹਾਂ ਵੀ ਤੁਸੀਂ ਕੁਛ ਹੁਣ ਸੁਪਰ ਹਿਊਮਨ ਬੀਇੰਗ ਬਣ ਗਏ, ਤੁਹਾਡਾ ਆਪਣਾ ਜ਼ਿੰਦਗੀ ਦਾ ਤਜਰਬਾ ਹੈਗਾ, ਤੁਸੀਂ ਉਹਦੀ ਆਪਣੀ ਇਨਪੁਟ ਵੀ ਦੇਣੀ ਹੈਗੀ ਆ। ਇਹਨਾਂ ਚੀਜ਼ਾਂ ਨੂੰ ਬੇਸਿਕਲੀ ਅਸੀਂ ਉਸ ਲੈਵਲ ਤੇ ਸਮਝਦੇ ਨਹੀਂ, ਅਸੀਂ ਤਾਂ ਹਜੇ ਵੀ ਉੱਥੇ ਬੈਠੇ ਹਾਂ। ਮੈਨੂੰ ਕਦੀ-ਕਦੀ ਮਾਨਕ ਜੀ ਐਂ ਵੀ ਲੱਗਦਾ ਹੁੰਦਾ ਵੀ ਅਸੀਂ ਕਿਤੇ 1469 ਦੇ ਨੇੜੇ ਤੇੜੇ ਤੇ ਨਹੀਂ ਤੁਰੇ ਫਿਰਦੇ, ਵੀ ਇਹਦਾ ਰਹਿਣ ਸਹਿਣ ਕੋਈ ਕਰਿਸ਼ਮਾ ਹੋਊਗਾ, ਕੋਈ ਕਰਿਸ਼ਮਾ ਕਰੀ ਸ਼ਖਸੀਅਤ ਆਏਗੀ, ਸਾਰੇ ਮਸਲੇ ਹੱਲ ਹੋ ਜਾਣਗੇ, ਸਾਰੇ ਮਸਲੇ ਹੱਲ ਹੋ ਜਾਣਗੇ। ਇਦਾਂ ਤਾਂ ਨਹੀਂ ਹੈਗਾ, ਵੀ ਹੈਵ ਟੂ ਵਰਕ। ਕਿਉਂਕਿ ਦੇਖੋ ਇਜ਼ਰਾਈਲ ਤੇ ਪੰਜਾਬੀ ਲਗਭਗ ਮੈਨੂੰ ਕਈ ਵਾਰੀ ਲੱਗਦਾ ਹੁੰਦਾ, ਕਿਉਂਕਿ ਮੈਂ ਇਜ਼ਰਾਈਲ ਮਤਲਬ ਪੜ੍ਹਿਆ ਵੀ ਆ ਤੇ ਗਿਆ ਵੀ ਆ, ਬੇਸਿਕਲੀ 73% ਇੰਪਲੋਇਮੈਂਟ ਹੈਗੀ ਆ। ਐਜੂਕੇਸ਼ਨ ਦੇ ਵਿੱਚ ਜਿਹੜਾ ਉਹਨਾਂ ਦਾ ਜਿਊਸ਼ ਐਜੂਕੇਸ਼ਨ ਫੰਡ ਹੈ, ਜਿਹਦੇ ਵਿੱਚ ਆਪਾਂ ਉਹ ਦਸਵੰਧ ਕੱਢਦੇ ਆ, ਅੱਛਾ ਉਹ ਐਜੂਕੇਸ਼ਨ ਤੇ ਕੱਢਦੇ ਆ, ਰਿਸਰਚ ਤੇ ਕੱਢਦੇ ਆ। ਅੱਜ ਦੁਨੀਆ ਰਿਸਰਚ ਜਿਹੜੀ ਆ ਓਰੀਐਂਟਡ ਹੋ ਗਈ ਆ, ਕਿਉਂਕਿ ਉਹ ਪੇਟੈਂਟ ਕਰਾ ਕੇ ਜਿੰਨੇ ਉਹਦੇ ਤੋਂ ਪੈਸੇ ਕਮਾ ਸਕਦੇ, ਕਿਸੇ ਹੋਰ ਤੋਂ ਨਹੀਂ ਕਮਾ ਸਕਦੇ। ਸਾਨੂੰ ਐਗਰੀਕਲਚਰ ਸਾਡਾ ਸਟੇਟ ਹੈਗਾ, ਲੇਕਿਨ ਐਟ ਦਾ ਸੇਮ ਟਾਈਮ ਸਾਨੂੰ ਡਿਵਰਸੀਫਿਕੇਸ਼ਨ ਦੀ ਜ਼ਰੂਰਤ ਹੈਗੀ ਆ। ਅਸੀਂ ਪਾਣੀ ਸਾਡਾ ਡਿਪਲੀਟ ਹੋ ਰਿਹਾ, ਅਸੀਂ ਹੋਰ ਡਿਵਰਸੀਫਿਕੇਸ਼ਨ ਲਈ ਸਾਨੂੰ ਸਟਰੋਂਗ ਮਾਰਕੀਟਿੰਗ ਦੀ ਜ਼ਰੂਰਤ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਇੰਟੈਲੀਜੈਂਸੀਆ ਵਿੱਚੋਂ ਨਿਕਲਦੀ ਆ, ਉਹਦੇ ਲਈ ਸਾਨੂੰ ਬੈਟਰ ਐਜੂਕੇਸ਼ਨ ਦੀ ਜ਼ਰੂਰਤ ਆ।
ਕਿਉਂਕਿ ਸਾਡੇ ਕੋਲ ਕਿੰਨੀਆਂ ਕੁ ਉਹੋ ਜਿਹੀਆਂ ਯੂਨੀਵਰਸਿਟੀਜ਼ ਹੈਗੀਆਂ। ਅਸੀਂ ਯੂਨੀਵਰਸਿਟੀਆਂ ਦਾ ਸਰਕਾਰੀ ਅਦਾਰਿਆਂ ਦਾ ਬਹੁਤ ਬੁਰਾ ਹਾਲ ਅਸੀਂ ਹਰ 6 ਮਹੀਨਿਆਂ 'ਚ ਇੱਕ ਨਵੀਂ ਯੂਨੀਵਰਸਿਟੀ ਲਿਆਂਦੀ, ਪਰ ਐਟ ਦਾ ਸੇਮ ਟਾਈਮ ਅਸੀਂ ਕਦੀ ਇਹ ਵੀ ਪੁੱਛਿਆ ਹੈਗਾ ਵੀ ਭਾਈ ਇਹ ਕਰਨਗੇ ਕੀ, ਇਹਨਾਂ ਨੇ ਕਦੀ ਗਰਾਊਂਡ ਲੈਵਲ ਦਾ ਸਰਵੇ ਕੀਤਾ ਹੋਵੇ, ਸਾਨੂੰ ਡਿਮਾਂਡ ਕਾਹਦੀ ਆ ਤੇ ਅਸੀਂ ਸਪਲਾਈ ਕਾਹਦੀ ਦੇ ਰਹੇ ਹਾਂ, ਸਾਡੇ ਬੱਚੇ ਸਿੱਖ ਕੀ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਕੰਮ ਕਰਨ ਦੀ ਕਨਸਟੈਂਟਲੀ, ਔਰ ਉਹ ਕਰਨਗੇ ਜਿਹੜੇ ਇੰਟੈਲੀਜੈਂਟ ਹੋਣਗੇ। ਇਹ ਤਾਂ ਹੈ ਨਹੀਂਗਾ ਵੀ ਤੁਸੀਂ ਕਹੋ ਵੀ ਹਮੇ ਡੰਮੀ ਬਿਠਾਲ ਦਿਓ। ਅੱਛਾ ਦੇਖੋ, ਮੈਂ ਤਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹ ਸੋਚਦਾ ਹੁੰਦਾ ਵੀ ਸਾਨੂੰ ਸਿੱਖਦੇ ਰਹਿਣਾ ਚਾਹੀਦਾ। ਜਦੋਂ ਤੁਸੀਂ ਇਹ ਸੋਚਣ ਲੱਗ ਪਓ ਵੀ ਹੁਣ ਤੁਹਾਨੂੰ ਹਰ ਚੀਜ਼ ਪਤਾ ਹੈਗਾ, ਮੈਨੂੰ ਲੱਗਦਾ ਉੱਥੇ ਤੁਹਾਡੀ ਸਟੈਗਨੇਸ਼ਨ ਆ ਜਾਂਦੀ ਆ। ਸੋ ਸਾਨੂੰ ਸਾਰਿਆਂ ਨੂੰ, ਅੱਛਾ ਇਹਦੇ ਵਿੱਚ ਟੈਕਨੋਕਰੈਟਸ ਵੀ ਚਾਹੀਦੇ ਆ, ਅਸੀਂ ਟੈਕਨੋਕਰੈਟਸ ਨੂੰ ਹੌਲੀ ਹੌਲੀ ਬਾਹਰ ਕੱਢ ਦਿੱਤਾ। ਬਿਊਰੋਕਰੈਟ ਨੇ ਤੇ ਪੋਲੀਟੀਸ਼ੀਅਨ ਨੇ ਰਲ ਕੇ ਟੈਕਨੋਕਰੈਟਸ ਨੂੰ ਬਾਹਰ ਕੱਢਤਾ। ਹੁਣ ਇੱਕ ਟੈਕਨੋਕਰੈਟ ਦਾ 40 ਸਾਲ ਦਾ ਤਜਰਬਾ, ਮੈਂ ਉਹਦੇ ਨਾਲ ਰਲ ਹੀ ਨਹੀਂ ਸਕਦਾ, ਕੋਈ ਬਿਊਰੋਕਰੈਟ ਉਹਦੇ ਨਾਲ ਰਲ ਹੀ ਨਹੀਂ ਸਕਦਾ। ਜਦੋਂ ਉਹ ਚੰਗੀ ਸਲਾਹ ਦਊਗਾ, ਉਹਦੀ ਜਿਹੜੀ ਰਿਪਰਕਸ਼ਨਸ ਆ ਜਾਂ ਉਹਦੀਆਂ ਇੰਪਲੀਮੈਂਟੇਸ਼ਨਸ ਜਿਹੜੀਆਂ ਉਹ ਕਿਤੇ ਬੈਟਰ ਪੋਜੀਸ਼ਨ 'ਚ ਹੋਣ। ਇਹ ਤਾਂ ਗੱਲ ਤਾਂ ਪ੍ਰਗਟ ਸਿੰਘ ਜੀ ਇਹ ਹੈ ਵੀ ਜਿੱਦਾਂ ਜਿਹੜੀ ਧਰਮ ਤੇ ਜਾਤਾਂ ਦੀ ਰਾਜਨੀਤੀ ਹੋ ਰਹੀ ਹੈ, ਉਹਦੇ ਨਾਲ ਇੱਕ ਵਿਕਾਸ ਮਈ ਜਾਂ ਵਿਕਾਸ ਕਰਨ ਵਾਲੀ ਇਹ ਸੁਸਾਇਟੀ ਸਿਰਜਣਾ ਮੇਰੇ ਖਿਆਲ ਹੈ ਇਹ ਬਹੁਤ ਔਖਾ ਹੋ ਜਾਏਗਾ ਜੇ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਰਾਜਨੀਤੀ ਕੌਮੀ ਪੱਧਰ ਤੇ ਰਾਜਾਂ ਦੀ ਪੱਧਰ ਤੇ ਚੱਲਦੀ ਰਹੀ। ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਚਿਹਰਿਆਂ ਦੀ ਰਾਜਨੀਤੀ ਹੋ ਰਹੀ ਹੈ, ਧਰਮਾਂ ਦੀ ਰਾਜਨੀਤੀ ਹੋ ਰਹੀ ਹੈ, ਜਾਤਾਂ ਦੀ ਰਾਜਨੀਤੀ ਹੋਈ ਹੈ, ਤੇ ਸਮੁੱਚੇ ਤੌਰ ਤੇ ਇਹਦੇ ਨਾਲ ਮੈਰਿਟ ਕਿਤੇ ਨਾ ਕਿਤੇ ਅਲੋਪ ਹੋ ਜਾਏਗੀ। ਨਹੀਂ ਸਰ, ਇਹ ਤਾਂ ਸਾਨੂੰ ਬੇਸਿਕਲੀ ਸਾਡਾ ਮਾਈਂਡ ਸੈਟ ਚੇਂਜ ਕਰਨਾ ਪਊਗਾ। ਹਾਂਜੀ, ਅਸੀਂ ਇਹ ਹੁਣ ਬਹੁਤ ਦੇਰ ਇਹਨੂੰ ਕੈਰੀ ਫਾਰਵਰਡ ਨਹੀਂ ਕਰ ਸਕਾਂਗੇ, ਕਿਉਂਕਿ ਕਿਸੇ ਟਾਈਮ ਵੱਧ ਰਿਹਾ ਇਹਦੇ ਚ, ਇਹ ਵੱਧ ਰਿਹਾ ਹੈਗਾ। ਕਿਉਂਕਿ ਉਹਦਾ ਕਾਰਨ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਗੁੱਡਸ ਡਿਲੀਵਰ ਕਰਨ ਤੋਂ ਫੇਲ ਹੋ ਰਹੀਆਂ। ਇੱਕ ਕਾਰਪੋਰੇਟ ਵਿਕਾਸ ਮਾਡਲ ਆ ਗਿਆ, ਉਹਦੇ ਨਾਲ ਸਰਕਾਰਾਂ ਦੇ ਕਰਾਉਣ ਦੇ ਰਹਿ ਬਹੁਤ ਕੁਝ ਘਟ ਗਿਆ। ਜਿਹੜੇ ਦੇਸ਼ ਦੇ ਕੁਦਰਤੀ ਸਾਧਨ ਵੀ ਜਿਹੜੇ ਵਸੀਲੇ ਆ ਪੈਦਾਵਾਰ ਦੇ, ਉਹ ਕਾਰਪੋਰੇਟਰਾਂ ਦੇ ਹੱਥਾਂ 'ਚ ਦਿੱਤੇ ਜਾ ਰਹੇ ਜਾਂ ਦੇਣ ਦੀ ਤਿਆਰੀ ਹੋ ਰਹੀ ਹੈ। ਉਹ ਸਾਰੇ ਸਿਰਜੇ ਸਰਕਾਰਾਂ ਕੋਲ ਕਰਨ ਲਈ ਕੁਝ ਰਿਹਾ ਨਹੀਂ, ਤੇ ਸਰਕਾਰਾਂ ਜਾਤਾਂ ਤੇ ਧਰਮਾਂ ਦੇ ਆਧਾਰ ਤੇ ਜਾਂ ਕੁਝ ਖਰਾਤਾਂ ਵੰਡ ਕੇ ਵੋਟਾਂ ਲੈਣ ਦਾ ਯਤਨ ਕਰਦੀਆਂ। ਨਹੀਂ, ਇਹ ਬਿਲਕੁਲ ਮਾਡਲ ਸਾਨੂੰ ਇਹ ਬੇਸਿਕਲੀ ਮਾਡਲ ਸਾਨੂੰ ਬਦਲਣਾ ਪਊਗਾ। ਇਟ ਇਜ਼ ਏ ਫੀਲਡ ਮਾਡਲ, ਬਟ ਅਸੀਂ ਉਹਨੂੰ ਇੰਨਾ ਕੁ ਲੋਕਾਂ ਦੇ ਵਿੱਚ ਲਿਆਤਾ ਹੈਗਾ। ਪਰਸਨਲੀ ਫੀਲ ਕਰਦਾ, ਮੈਂ ਨਹੀਂ ਕਹਿੰਦਾ ਕਿ ਪਾਰਟੀ ਦੀ ਆਈਡੀਓਲੋਜੀ ਨੈਚੁਰਲੀ ਸਾਨੂੰ ਵੀ ਹੈਵ ਟੂ ਫੋਲੋ ਇਟ, ਬਟ ਐਟ ਦਾ ਸੇਮ ਟਾਈਮ ਅਸੀਂ ਉਹਨੂੰ ਰੋਟੀ ਕਮਾਉਣ ਜੋਗਾ ਕਰ ਦਈਏ ਇਨਸਟੈਡ ਆਫ ਅਸੀਂ ਦਾਣੇ ਦੇਣ ਜੋਗੇ। ਬੇਸਿਕਲੀ ਜੇ ਉਸ ਬੰਦੇ ਕੋਲ ਹੁਨਰ ਹੋਊਗਾ, ਅੱਛਾ ਉਹ ਬੇਸਿਕਲੀ ਹੱਥ ਨਹੀਂ ਅੱਡੂਗਾ। ਜੇ ਹੁਨਰ ਹੋਊਗਾ ਉਹ ਦੇਸ਼ ਦੇ ਅੰਦਰ ਵੀ ਦੇਸ਼ ਦੇ ਬਾਹਰ ਵੀ ਰੋਟੀ ਕਮਾ ਕੇ ਖਾ ਸਕਦਾ। ਅੱਛਾ ਜੇ ਅਸੀਂ ਉਹਨੂੰ ਦਾਣਿਆਂ ਤੇ ਲਾਤਾ, ਅਸੀਂ ਉਹਨੂੰ ਦਾਲ ਤੇ ਲਾਤਾ, ਬਈ ਅਸੀਂ ਤਾਂ ਉਹਦੀ ਸਟੈਗਨੇਸ਼ਨ ਲੈ ਆਂਦੀ। ਕਿਉਂਕਿ ਬੇਸਿਕਲੀ ਹਿਊਮਨ ਰਿਸੋਰਸ ਜਿਹੜਾ ਹੈਗਾ, ਹਿਊਮਨ ਬੀਇੰਗ ਹੈਗਾ, ਉਹ ਬੇਸਿਕਲੀ ਇੱਦਾਂ ਦੀ ਉਹਨੂੰ ਲੱਗਦਾ ਵੀ ਮੈਨੂੰ ਸੌਖਾ ਆਉਂਦਾ, ਬਟ ਐਟ ਦਾ ਸੇਮ ਟਾਈਮ ਅਸੀਂ ਉਹਨੂੰ ਇੱਕ ਤਾਂ ਵਿਹਲਾ ਕਰ ਦਿੱਤਾ। ਇੱਕ ਉਹਦੀ ਜਿਹੜੀ ਪੋਟੈਂਸ਼ੀਅਲ ਸੀਗੀ, ਉਹਦਾ ਮਾਈਂਡ ਪਤਾ ਨਹੀਂ ਕਿੰਨਾ ਕੁ ਕ੍ਰੀਏਟਿਵ ਸੀਗਾ, ਕਿੰਨਾ ਕੁ ਫਰਟਾਈਲ ਸੀਗਾ, ਅਸੀਂ ਉਹਦੇ ਤੇ ਬੇਸਿਕਲੀ ਤਾਂ ਕਹਿ ਲਓ ਕਿ ਭਾਂਡਾ ਮੁੱਦਾ ਮਾਰ ਰੋਕ ਦਿੱਤਾ, ਉਹਨੂੰ ਰੋਕ ਦਿੱਤਾ। ਇੱਕ ਪ੍ਰਗਟ ਸਿੰਘ ਜੀ ਗੱਲ ਹੋਰ ਸਾਹਮਣੇ ਆ ਰਹੀ ਹੈ, ਇਹ ਜਿਹੜੀ ਪੰਜਾਬ 'ਚ ਕਿਸਾਨ ਅੰਦੋਲਨ ਚੱਲ ਰਿਹਾ, ਉਹਨੂੰ ਲੈ ਕੇ ਇਹ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ 'ਚ ਟਕਰਾਅ ਵੱਧ ਰਿਹਾ। ਪਿਛਲੇ ਦਿਨ ਹੀ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ, ਚੋਣ ਕਮਿਸ਼ਨ ਕਰਦਾ ਨਹੀਂ, ਤੁਸੀਂ ਆਪਣੀਆਂ ਸਿਆਸੀ ਸਰਗਰਮੀਆਂ ਨਾ ਕਰੋ। ਇਹਦੇ ਨਾਲ ਮਤਭੇਦ ਤਿੱਖੇ ਹੋ ਰਹੇ ਆ ਸਿਆਸੀ ਪਾਰਟੀਆਂ 'ਚ ਤੇ ਕਿਸਾਨ ਜਥੇਬੰਦੀਆਂ 'ਚ। ਇਹਦੇ ਬਾਰੇ 'ਚ ਤੁਸੀਂ ਕੀ ਰਾਏ ਦੇਣਾ ਚਾਹੁੰਦੇ ਹੋ? ਨਹੀਂ ਦੇਖੋ, ਮੈਨੂੰ ਲੱਗਦਾ ਦੇਖੋ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਵੀ ਔਰ ਕਿਸਾਨ ਜਥੇਬੰਦੀਆਂ ਨੂੰ ਵੱਡਾ ਇਸ਼ੂ ਆ, ਸੁਹਿਰਦ ਹੋਣ ਦੀ ਜ਼ਰੂਰਤ ਹੈ। ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਸਾਨੂੰ ਟਕਰਾਅ ਦੀ ਸਥਿਤੀ ਦੇ ਵਿੱਚ ਐਂਡ ਆਫ ਦਾ ਡੇ ਨੁਕਸਾਨਿਆ ਕੌਣ ਜਾਊਗਾ? ਜੇ ਤਾਂ ਅਸੀਂ ਪੰਜਾਬ ਦੀ ਬਿਹਤਰੀ ਚਾਹੁੰਦੇ ਹਾਂ, ਦੇਖੋ ਹੁਣ ਸਿਆਣਪ ਨਾਲ ਚੱਲਣ ਦਾ ਸਮਾਂ ਆ। ਜੇ ਇਹਦੇ ਵਿੱਚ ਸਿਆਣਪ ਨਾਲ ਨਾ ਚੱਲੇ ਤੇ ਫਿਰ ਸਾਨੂੰ ਅਸੀਂ ਪਤਾ ਨਹੀਂ ਇਹਦੇ ਵਿੱਚ ਕਿੰਨਾ ਕੁ ਚਿਰ ਰਹਿਣਾ, ਕਿੰਨਾ ਕੁ ਚਿਰ ਬੰਦੇ ਨੇ ਕੀ ਪਤਾ ਕਿੰਨਾ ਚਿਰ ਰਹਿਣਾ, ਬਟ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ, ਕਿਉਂਕਿ ਜੋ ਤਾਂ ਪਿੱਛੇ ਅਸੀਂ ਕਰ ਬੈਠੇ ਹਾਂ, ਨੁਕਸਾਨ ਤਾਂ ਅਸੀਂ ਕਰਾ ਲਿਆ ਪਿੱਛੇ ਬਹੁਤ ਵੱਡੇ। ਕਿਉਂਕਿ ਅਸੀਂ ਬੇਸਿਕਲੀ ਜਿਹੜਾ 3 ਲੱਖ ਕਰੋੜ ਦਾ ਕਰਜ਼ਾ 1984 ਚ ਪਹਿਲੀ ਵਾਰੀ 10 ਕਰੋੜ ਦਾ ਡੈਟ ਹੋਇਆ ਸੀਗਾ, ਇਹ ਸਰਪਲਸ ਸਟੇਟ ਸੀਗੀ, 80ਵੇਂ ਚ ਤਾਂ ਸਰਪਲਸ ਸਟੇਟ ਸੀਗੀ। ਅੱਛਾ ਪਿਛਲੇ 30 ਸਾਲਾਂ 35 ਸਾਲਾਂ ਦੇ ਵਿੱਚ ਅਸੀਂ 3 ਲੱਖ ਕਰੋੜ ਦਾ ਕਰਜ਼ਾ ਚੜਾ ਲਿਆ। ਕਰਜ਼ਾ ਤਾਂ ਬੇਸਿਕਲੀ ਜਾਂ ਤਾਂ ਅਸੀਂ ਉਹਦੇ ਨਾਲ ਇੰਡਸਟਰੀਲਾਈਜੇਸ਼ਨ ਕੀਤੀ ਹੁੰਦੀ, ਜਾਂ ਅਸੀਂ ਇਹਦੀ ਡਿਵਰਸੀਫਿਕੇਸ਼ਨ ਕੀਤੀ ਹੁੰਦੀ, ਸਾਡਾ ਬੈਟਰ ਲਿਵਿੰਗ
ਜਿਹੜਾ ਉਹ ਹੁੰਦਾ, ਲੇਕਿਨ ਇਹ ਸਾਰਾ ਕੁਝ ਹੋਇਆ ਤਾਂ ਹੈ ਨਹੀਂਗਾ। ਹਾਂਜੀ, ਇਹਦਾ ਮਤਲਬ ਇਹ ਹੋਇਆ ਵੀ ਕਿਤੇ ਨਾ ਕਿਤੇ ਅਸੀਂ ਕਰਪਟ ਸਿਸਟਮ ਦੀ ਭੇਟ ਚੜਾਤਾ, ਜਾਂ ਅਸੀਂ ਬਹੁਤ ਵਿਜ਼ੂਅਲਾਈਜ਼ ਨਹੀਂ ਕੀਤਾ ਵੀ ਆਉਣ ਵਾਲਾ ਸਮਾਂ ਕਿਹੋ ਜਿਹਾ ਹੈਗਾ ਤੇ ਅਸੀਂ ਕਿਸ ਦਿਸ਼ਾ 'ਚ ਜਾਣਾ, ਅਸੀਂ ਕਿਸ ਦਿਸ਼ਾ 'ਚ ਜਾਣਾ, ਹਾਂਜੀ, ਤੇ ਅਸੀਂ ਉਹਦੇ ਤੇ ਜਾਂ ਤਾਂ ਸਪੈਂਡ ਕੀਤਾ ਹੁੰਦਾ। ਅੱਛਾ, ਉਹਦਾ ਵੀ ਸਾਨੂੰ ਕਿਤੇ ਨਾ ਕਿਤੇ ਜਿਹੜਾ ਸਾਨੂੰ ਉਹਦੇ ਰਿਟਰਨ ਮਿਲਦੀ, ਉਹ ਵੀ ਨਹੀਂ ਮਿਲੀ। ਸੋ ਇਸ ਕਰਕੇ ਅਸੀਂ ਇਹ ਤਾਂ ਨਹੀਂ ਹੈਗਾ ਵੀ ਅਸੀਂ ਬਈ ਧਾੜਵੀਆਂ ਗਾਏ, ਜਿਹੜੀ ਸਰਕਾਰ ਵੀ ਆਵੇ ਉਹ ਮਤਲਬ 100 200 400 ਬੰਦਾ ਅਮੀਰ ਬਣ ਜਾਵੇ, ਤੇ ਵਟ ਅਬਾਊਟ ਪੰਜਾਬ, ਉਹ ਕਿੱਥੇ ਜਾਊਗਾ? ਠੀਕ ਹੈ। ਪ੍ਰਗਟ ਸਿੰਘ ਜੀ, ਜਿਹੜਾ ਆਖਰ 'ਚ ਤੁਸੀਂ ਜਿਹੜੇ ਨਾਮ ਹੁਣੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਣੇ ਆ, ਤੇ ਕਾਂਗਰਸ ਦੀਆਂ ਬਹੁਤ ਸਾਰੀਆਂ ਪਿਛਲੀਆਂ ਸਰਗਰਮੀਆਂ ਤੁਸੀਂ ਭਾਈਵਾਲ ਰਹੇ ਆ। ਹੁਣ ਨਵੀਂ ਜਿਹੜੀ 2022 ਦੀਆਂ ਚੋਣਾਂ ਲਈ ਜਿਹੜੀ ਪਾਰਟੀ ਦੇ ਅੰਦਰ ਨਵੀਂ ਸਰਗਰਮੀ ਲੈ ਕੇ ਆਉਣੀ, ਉਹ ਵੀ ਤੁਹਾਡੀ ਜ਼ਿੰਮੇਵਾਰੀ ਹੈ। ਇਸ ਸੰਦਰਭ 'ਚ ਤੁਸੀਂ ਜਿਹੜਾ ਅਜੀਤ ਵੈਬ ਟੀਵੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ, ਕੀ ਸੁਨੇਹਾ ਦੇਣਾ ਚਾਹੁੰਦੇ ਆ? ਦੇਖੋ ਮਾਨਕ ਜੀ, ਮੈਨੂੰ ਐਂ ਲੱਗਦਾ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਘਟਿਆ। ਹਾਂਜੀ, ਉਹ ਇਸ ਕਰਕੇ ਘਟਿਆ ਭਈ ਬਹੁਤੇ ਮਾੜੇ ਬੰਦੇ ਪੋਲੀਟੀਕਲ ਸਿਸਟਮ 'ਚ, ਮੈਂ ਕਈ ਵਾਰੀ ਬਹੁਤ ਸਿਆਣਿਆਂ ਨਾਲ ਤੇ ਬਹੁਤ ਸੁਹਿਰਦ ਬੰਦਿਆਂ ਨਾਲ ਗੱਲ ਕਰਦਾ, ਉਹ ਕਹਿੰਦੇ ਨਾ ਯਾਰ ਨਹੀਂ, ਪੋਲੀਟਿਕਸ 'ਚ ਨਹੀਂ, ਕਿਉਂਕਿ ਉਹਨਾਂ ਨੂੰ ਵੀ ਪਾਰਟਿਸਿਪੇਟ ਕਰਨਾ ਚਾਹੀਦਾ। ਕਿਉਂਕਿ ਐਂਡ ਆਫ ਦਾ ਡੇ ਜੇ ਉਹ ਸੁਹਿਰਦ ਤੇ ਸਿਆਣੇ ਬੰਦੇ ਸਿਸਟਮ 'ਚ ਨਹੀਂ ਆਉਣਗੇ ਤਾਂ ਫਿਰ ਐਂਡ ਆਫ ਦਾ ਡੇ ਅਸੀਂ ਕਈ ਵਾਰੀ ਇਹ ਕਹਿੰਦੇ ਹੁੰਦੇ ਆ ਵੀ ਯਾਰ ਮਾੜੇ ਬੰਦੇ ਨੂੰ ਕਹਿ ਲਓ ਕਿ ਹੱਥ ਦੇ ਵਿੱਚ ਚਾਬੀ ਫੜਾ ਕੇ ਉਹਦੇ ਤੋਂ ਬਹੁਤ ਚੰਗੇ ਦਿਨਾਂ ਦੀ ਆਸ ਰੱਖਣੀ, ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਤਾਂ ਸਾਰੇ ਕਲਪਰੇਟ ਹੈਗੇ ਆ ਨਾ। ਉੱਦਾਂ ਦੀ ਸੋਚ ਜਿਹੜੀ ਵਿਚਾਰਧਾਰਾ ਹੈਗੀ ਆ, ਕਿਉਂਕਿ ਅਸੀਂ ਬੇਸਿਕਲੀ ਸੈਕੂਲਰਿਜ਼ਮ ਨੂੰ ਪ੍ਰਮੋਟ ਕਰ ਲਈਏ, ਤਾਂ ਕਿ ਜਿਹੜੀ ਦੇਖੋ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਫਿਲਾਸਫੀ ਦਿੱਤੀ ਹੈਗੀ, ਅਸੀਂ ਸਾਰੇ ਮੰਨਦੇ ਆ, ਠੀਕ ਹੈ ਨਾ, ਪਰ ਉਹਦੇ ਵਿੱਚ ਅਸੀਂ ਉਹਨੂੰ ਕਿਤੇ ਨਾ ਕਿਤੇ ਅੱਗੇ ਲੈ ਕੇ ਤੁਰੀਏ ਵੀ ਭਾਈ ਬੰਦਾ ਚੰਗਾ ਬਣ, ਇਨਸਾਨੀਅਤ ਤੇ ਪਹਿਰਾ ਦੇ, ਔਰ ਉਹਨੂੰ ਵਿਜ਼ੂਅਲਾਈਜ਼ ਕਰ ਲਈਏ। ਔਰ ਉਹਨੂੰ ਵਿਜ਼ੂਅਲਾਈਜ਼ ਕਰਕੇ, ਔਰ ਉਹ ਤਾਂ ਹੋ ਸਕਦਾ ਜਿਹੜੇ ਚੰਗੇ ਸਿਆਣੇ ਸੁਹਿਰਦ ਬੰਦੇ ਆ ਜਿਹੜੇ ਉਹਨੂੰ ਗਾਂਹ ਲੈ ਕੇ ਅੱਗੇ ਵਧਣਗੇ। ਤੇ ਉਹਦੇ ਵਿੱਚ ਜਿੰਨਾ ਚਿਰ ਲੋਕਾਂ ਦਾ ਸਾਥ ਨਹੀਂ, ਉਹਦੇ ਵਿੱਚ ਵੀ ਕਿਉਂਕਿ ਪੋਸੀਬਿਲਿਟੀ ਨਹੀਂ ਹੁੰਦੀ, ਕਿਉਂਕਿ ਕਈ ਵਾਰੀ ਮਾੜਾ ਬੰਦਾ ਹੀ ਲੋਕੀ ਜਿਤਾ ਦਿੰਦੇ ਆ। ਸੋ ਸਾਡੇ ਹਰ ਬੰਦੇ ਨੂੰ ਸਿਆਣਪ ਨਾਲ ਪੰਜਾਬ ਨੂੰ ਅੱਗੇ ਵਧਾਉਣ ਦੀ, ਪੰਜਾਬ ਮੇਰਾ ਇਕੱਲੇ ਦਾ ਨਹੀਂ ਮਾਨਕ ਜੀ, ਤੁਹਾਡਾ ਇਕੱਲਿਆਂ ਦਾ ਨਹੀਂ ਹੈ, ਆਪਣਾ ਸਾਰਿਆਂ ਦਾ ਸਾਂਝਾ ਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਵਿੱਚ 3 ਕਰੋੜ ਬੰਦਾ, ਹੁਣ ਮੈਂ ਕਈ ਵਾਰੀ ਬਹੁਤ ਸਿਆਣੇ ਬੰਦੇ ਦੇਖਦਾ, ਉੱਦਾਂ ਉਹ ਸਫਾਈ ਦੀ ਗੱਲ ਕਰਨਗੇ, ਬਹੁਤ ਵੱਡੀ ਗੱਡੀ 'ਚੋਂ ਕੂੜੇ ਦਾ ਲਿਫਾਫਾ ਚੱਕ ਕੇ ਸੜਕ 'ਤੇ ਸੁੱਟ ਦਿੰਦੇ। ਸੋ ਹੂ ਇਜ਼ ਰਿਸਪੋਂਸੀਬਲ ਫॉर दैट? ਅਸੀਂ ਸਾਰੇ ਰਿਸਪੋਂਸੀਬਲ ਹੈਗੇ ਆ। ਸੋ ਆਪਾਂ ਸਾਰੇ ਰਲ ਕੇ ਕੰਮ ਕਰੀਏ, ਪੰਜਾਬ ਦੇ EMPLOYEES ਕੰਮ ਕਰਨ, ਪੰਜਾਬ ਦੇ ਪੋਲੀਟੀਕਲ ਬੰਦੇ ਕੰਮ ਕਰਨ, ਉਹਦੇ ਵਿੱਚ ਇਕੱਠੇ ਹੋ ਕੇ ਵਿਜ਼ੂਅਲਾਈਜੇਸ਼ਨ ਕਰੀਏ, ਵਿਜ਼ੂਅਲਾਈਜੇਸ਼ਨ ਕਰਕੇ ਉਹਦੀ ਇੰਪਲੀਮੈਂਟੇਸ਼ਨਸ ਲਈ ਪਾਲਿਸੀਜ਼ ਬਣਾਈਏ, ਡਿਜ਼ਾਈਨ ਕਰੀਏ। ਮੈਨੂੰ ਨਹੀਂ ਲੱਗਦਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕਿਸੇ ਕੋਲੋਂ ਕੋਈ ਚੀਜ਼ ਸਿੱਖਣੀ ਆ ਜਾਂ ਕਿਸੇ ਕੋਲੋਂ ਕੁਝ ਪੁੱਛਣਾ ਆ, ਉਹਦੇ ਵਿੱਚ ਤੁਹਾਨੂੰ ਸ਼ਰਮ ਨਹੀਂ ਹੋਣੀ ਚਾਹੀਦੀ, ਕਿਉਂਕਿ 3 ਲੱਖ ਲੋਕਾਂ ਲਈ ਲਿਆ ਹੋਇਆ ਫੈਸਲਾ ਹੁੰਦਾ, 3 ਕਰੋੜ ਲੋਕਾਂ ਲਈ ਲਿਆ ਹੁੰਦਾ ਫੈਸਲਾ ਹੁੰਦਾ। ਤੇ ਜੇ ਤੁਸੀਂ ਕੋਈ ਗਲਤ ਫੈਸਲਾ ਲੈਂਦੇ ਆ, ਉਹਦੀ ਜਿਹੜੇ ਰਿਪਰਕਸ਼ਨਸ ਆ ਉਹ ਬੜੇ ਦੇਰ ਤੱਕ ਲੋਕਾਂ ਨੂੰ ਫਿਰ ਭੁਗਤਣੇ ਪੈਂਦੇ ਆ। ਸੋ ਇਸ ਕਰਕੇ ਆਪਾਂ ਸਾਰੇ ਰਲ ਕੇ ਪੰਜਾਬ ਦੀ ਬਿਹਤਰੀ ਲਈ ਮੈਨੂੰ ਲੱਗਦਾ ਵੀ ਆਪਣਾ ਰੋਲ ਪਲੇ ਕਰੀਏ। ਪਿਆਰੇ ਦਰਸ਼ਕੋ, ਹੁਣ ਇਸ ਮੁਲਾਕਾਤ ਦਾ ਸਮਾਂ ਖਤਮ ਹੁੰਦਾ, ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਪ੍ਰਗਟ ਸਿੰਘ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ ਔਰ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਸ਼ੁਕਰੀਆ ਜੀ। ਦਰਸ਼ਕੋ, ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।